ਜਿਸ ਨੂੰ ਮਿਲ ਜਾਏ। ਅੱਜ ਅਸੀਂ ਦੂਸਰਾ ਚੈਪਟਰ ਦੇਖਾਂਗੇ। ਪਹਿਲੇ ਚੈਪਟਰ ਦਾ ਜਿਹੜਾ ਅਖੀਰਲਾ ਹਿੱਸਾ ਆ ਉਹ ਕੱਲ ਥੋੜਾ ਜਿਹਾ ਅਸੀਂ ਦੇਖਿਆ ਸੀ। ਥੋੜਾ ਜਿਹਾ ਇਸਨੂੰ ਅਸੀਂ ਜਿਹੜੇ ਇਹ ਬੁੱਕ ਖਤਮ ਹੋ ਗਈ ਉਹਦੇ ਨਾਲ ਆਪਾਂ ਕਨੈਕਟ ਕਰਾਂਗੇ। ਸੋ ਆਓ ਅਸੀਂ ਅੱਜ ਦੂਸਰੇ ਚੈਪਟਰ ਤੋਂ ਸ਼ੁਰੂ ਕਰਦੇ ਹਾਂ। ਔਰ ਦੂਸਰਾ ਚੈਪਟਰ 1 ਤੋਂ ਲੈ ਕੇ 10 ਆਇਤ ਤੱਕ ਜਿਸ ਨੂੰ ਮਿਲ ਜਾਏ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਹਾਂਜੀ ਗੋ ਅਹੈਡ ਮੇਰਾ ਵੀਰ। ਸਾਰਿਆਂ ਨੂੰ ਜੈ ਮਸੀਹ ਦੀ। ਪਹਿਲਾਂ ਤਾਂ ਜੈ ਮਸੀਹ ਦੀ। ਪੇਜ ਹੈਗਾ 349 ਨਵੇਂ ਨੇਮ ਦਾ, ਮੌਤ ਤੋਂ ਜੀਵਨ। ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੌ। ਉਸ ਸਮੇਂ ਤੁਸੀਂ ਇਸ ਸੰਸਾਰ ਦੇ ਭੈੜੇ ਰਾਹਾਂ ਤੇ ਚੱਲਦੇ ਸੌ ਅਤੇ ਉਸ ਆਤਮਾ ਦੇ ਅਧੀਨ ਸੋ ਜੋ ਆਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ। ਇਹੀ ਆਤਮਾ ਇਸ ਵੇਲੇ ਵੀ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਹਨ। ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਸਾਂ। ਅਸੀਂ ਵੀ ਆਪਣੀਆਂ ਸਰੀਰਕ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਸਾਂ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਅਨੁਸਾਰ ਚੱਲਦੇ ਸਾਂ। ਇਸ ਤਰ੍ਹਾਂ ਅਸੀਂ ਵੀ ਦੂਜਿਆਂ ਦੀ ਤਰ੍ਹਾਂ ਪਰਮੇਸ਼ਰ ਦੀ ਦੈਵੀ ਸਜ਼ਾ ਦੇ ਭਾਗੀ ਸਾਂ। ਪਰ ਪਰਮੇਸ਼ਰ ਦੀ ਦਇਆ ਇੰਨੀ ਵੱਡੀ ਹੈ ਅਤੇ ਉਸ ਦਾ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਵਿੱਚ ਫਿਰ ਜਿੰਦਾ ਕਰ ਦਿੱਤਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਯੀਸ਼ੂ ਦੀ ਸੰਗਤ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸ ਦੇ ਨਾਲ ਜਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਉਸਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁੱਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਯੀਸ਼ੂ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਇਹ ਕਰਮਾਂ ਦਾ ਨਤੀਜਾ ਨਹੀਂ ਹੈ, ਇਸ ਲਈ ਇਸ ਤੇ ਕਿਸੇ ਤਰ੍ਹਾਂ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਪਰਮੇਸ਼ਰ ਦੀ ਰਚਨਾ ਹਾਂ। ਉਸਨੇ ਸਾਨੂੰ ਮਸੀਹ ਯੀਸ਼ੂ ਦੇ ਦੁਆਰਾ ਰਚਿਆ ਹੈ। ਅਸੀਂ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰੀਏ ਜੋ ਉਸਨੇ ਪਹਿਲਾਂ ਹੀ ਸਾਡੇ ਕਰਨ ਲਈ ਠਹਿਰਾਇਆ ਹੈ। ਇੱਥੋਂ ਤੱਕ ਹੀ ਜੀ। ਹਾਂਜੀ, ਇੱਥੇ ਤੱਕ ਬੜੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਥੈਂਕ ਯੂ। ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀਆਂ ਅਸੀਂ ਪਹਿਲੀਆਂ 3 ਆਇਤਾਂ ਦੇਖਦੇ ਹਾਂ, ਇਸ ਦੇ ਵਿੱਚ ਅਗਰ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਪੌਲੁਸ ਨੇ ਕਿਸੇ ਨੂੰ ਵੀ ਨਹੀਂ ਇੱਥੇ ਇਹ ਠਹਿਰਾਇਆ ਕਿ ਕੋਈ ਵੀ ਪਵਿੱਤਰ। ਈਵਨ ਜਿਹੜਾ ਅਬਰਾਹਮ ਦਾ ਜਿਹੜਾ ਘਰਾਨਾ ਆ, ਸੰਤਾਨ ਆ, ਉਸਨੂੰ ਵੀ ਉਹ ਉੱਥੇ ਉਸੇ ਲੈਵਲ ਤੇ ਲੈ ਕੇ ਆ ਗਿਆ ਜਿਸ ਲੈਵਲ ਤੇ ਬਾਕੀ ਦੇ। ਕਿਉਂਕਿ ਮਸੀਹ ਦੇ ਆਉਣ ਦੇ ਨਾਲ, ਦੂਸਰੇ ਆਦਮ ਦੇ ਆਉਣ ਤੋਂ ਬਾਅਦ ਬਾਕੀ ਦੇ ਸਾਰੇ ਇਨਕਲੂਡਿੰਗ ਯਹੂਦੀ ਸਾਰੇ ਇੱਕ ਲੈਵਲ ਦੇ ਉੱਤੇ ਅਸੀਂ ਇੱਥੇ ਦੇਖਦੇ ਪਏ ਹਾਂ। ਔਰ ਉਹ ਪਾਪ ਦੇ ਵਿੱਚ ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ। ਸੋ ਜਿਸ ਚੀਜ਼ ਦੀ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਇਹ ਸਰੀਰ ਜ਼ਰੂਰ ਇੱਕ ਤ੍ਰਿਏਕ ਆ, ਲੇਕਿਨ ਸਾਡੀ ਤ੍ਰਿਏਕ ਤੇ ਪ੍ਰਭੂ ਦੀ ਤ੍ਰਿਏਕ ਦੇ ਵਿੱਚ ਇਹ ਫਰਕ ਸੀ ਕਿ ਮਸੀਹ ਜੋ ਪ੍ਰਭੂ ਦਾ ਸ਼ਬਦ, ਪ੍ਰਭੂ ਆਪ, ਪ੍ਰਭੂ ਪਰਮੇਸ਼ਰ ਸਾਡਾ ਬਾਪ ਆਪ ਔਰ ਪਵਿੱਤਰ ਆਤਮਾ ਤਿੰਨੋਂ ਜੀਵਤ। ਸਾਡੀ ਮੁਸੀਬਤ ਇਹ ਸੀ ਕਿ ਮੇਰੇ ਵਿੱਚ ਜਿਹੜਾ ਮੇਰਾ ਮਨ ਔਰ ਮੇਰਾ ਸਰੀਰ ਤਾਂ ਜ਼ਰੂਰ ਜਿਉਂਦੇ ਸੀ, ਲੇਕਿਨ ਮੇਰੀ ਆਤਮਾ ਮਰੀ ਸੀ। ਮੇਰੀ ਆਤਮਾ ਦੇ ਵਿੱਚ ਜ਼ਿੰਦਗੀ ਨਹੀਂ ਸੀ। ਔਰ ਇਸ ਚੀਜ਼ ਨੂੰ ਇਹ ਜਿਹੜਾ ਵਚਨ ਦਾ ਹਿੱਸਾ ਇਹ ਕਰਦਾ ਕਿ ਮੈਂ ਪ੍ਰਭੂ ਦੇ ਵਿੱਚ ਆਉਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਇਆ। ਮੈਂ ਇੱਕ ਜ਼ਿੰਦਾ ਤੁਰਿਆ ਫਿਰਦਾ ਕਾਫਨ ਸੀ। ਉਹ ਜਿਹੜਾ ਤਾਬੂਤ ਜਿਹਦੇ ਵਿੱਚ ਮਰਿਆ ਸਰੀਰ ਪਾ ਦਿੱਤਾ ਜਾਂਦਾ ਨਾ, ਉਹ ਤਾਬੂਤ ਮੈਂ ਜਿਉਂਦਾ ਤਾਬੂਤ ਸੀ ਜਿਸ ਦੇ ਅੰਦਰ ਮਰੀ ਹੋਈ ਆਤਮਾ ਸੀ। ਔਰ ਇਸ ਦੇ ਜਿਹੜੇ ਕੰਮ ਸੀਗੇ ਉਹ ਉਸ ਮਰੀ ਹੋਈ ਆਤਮਾ ਦੀ ਦੁਰਗੰਧ ਸੀ। ਉਹ ਦੁਰਗੰਧ ਸੀ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਆਉਂਦੇ ਹਾਂ ਦੂਸਰੇ ਚੈਪਟਰ ਦੇ ਵਿੱਚ, ਤਾਂ ਸੰਤ ਪੌਲੁਸ ਨੇ ਉਸ ਸਟੇਟਮੈਂਟ ਨੂੰ ਸਹੀ ਸਾਬਤ ਕਰ ਦਿੱਤਾ ਕਿ
ਇੱਕ ਸਮਾਂ ਸੀ ਜਦੋਂ ਤੁਸੀਂ ਵੀ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ। ਸਾਨੂੰ ਪਤਾ ਕਿ ਇਹ ਇਸ ਵੇਲੇ ਅਫਸੀਆਂ ਦੀ ਕਲੀਸਿਆ ਨੂੰ ਇਹ ਚੀਜ਼ ਲਿਖਦਾ ਪਿਆ। ਉਹਨਾਂ ਵਿੱਚ ਬਹੁਤੇ ਲੋਕ ਉਹ ਆ ਜਿਹੜੀਆਂ ਦੂਸਰੀਆਂ ਕੌਮਾਂ ਤੋਂ ਆਏ, ਦੂਸਰੀਆਂ ਭਾਸ਼ਾਵਾਂ ਦੇ ਲੋਕ, ਔਰ ਉਹਨਾਂ ਦੇ ਲਈ ਲਿਖਦਾ ਪਿਆ। ਲੇਕਿਨ ਅੱਗੇ ਦੇਖਿਓ, ਉਸ ਸਮੇਂ ਤੁਸੀਂ ਵੀ ਇਸ ਸੰਸਾਰ ਦੇ ਭੈੜੇ ਰਾਹਾਂ ਤੇ ਚੱਲਦੇ ਸੋ ਅਤੇ ਉਸ ਆਤਮਾ ਦੇ ਅਧੀਨ ਸੋ ਜੋ ਆਕਾਸ਼ੀ ਸ਼ਕਤੀਆਂ ਦੀ ਅਧਿਕਾਰੀ। ਇਹੀ ਆਤਮਾ ਇਸ ਵੇਲੇ ਉਹਨਾਂ ਲੋਕਾਂ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਹਨ। ਇੱਕ ਸਮਾਂ ਸੀ ਜਦੋਂ ਅਸੀਂ ਵੀ, ਤੁਸੀਂ ਦੇਖੋ ਉਸਨੇ ਦੋਨਾਂ ਨੂੰ ਕੰਬਾਈਨ ਕਰ ਲਿਆ, ਜਦੋਂ ਅਸੀਂ ਵੀ ਆਪਣੀਆਂ ਸਰੀਰਕ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਸਾਂ ਅਤੇ ਆਪਣੇ ਸਰੀਰ ਦੇ ਮਨ ਦੀ ਇੱਛਾ ਅਨੁਸਾਰ ਚੱਲਦੇ ਸਾਂ, ਇਸ ਤਰ੍ਹਾਂ ਅਸੀਂ ਵੀ ਦੂਜਿਆਂ ਦੀ ਤਰ੍ਹਾਂ ਪਰਮੇਸ਼ਰ ਦੀ ਦੈਵੀ ਸਜ਼ਾ ਦੇ ਪਾਤਰੀ ਸਾਂ। ਕਿਉਂ ਕਹਿ ਰਿਹਾ? ਅਬਰਾਹਮ ਦੀ ਸੰਤਾਨ ਸੀ ਉਹ, ਬਿਨਯਾਮੀਨ ਦੇ ਕਬੀਲੇ ਤੋਂ ਸੀ, ਔਰ ਆਪਣੇ ਆਪ ਨੂੰ ਇਹ ਕਿਉਂ ਕਹਿ ਰਿਹਾ? ਕਿਉਂਕਿ ਈਵਨ ਦੋ ਜਿਹੜਾ ਨੇਮ ਉਹਨਾਂ ਨੂੰ ਦਿੱਤਾ ਗਿਆ ਸੀ ਮੂਸਾ ਦੇ ਰਾਹੀਂ, ਉਸਨੂੰ ਉਹ ਆਪ ਵੀ ਪੂਰਾ ਨਹੀਂ ਸੀ ਕਰਦੇ। ਜਿਹੜਾ ਉਸਦੇ ਪ੍ਰਚਾਰ ਕਰਦੇ ਸੀ ਉਹ ਵੀ ਪੂਰਾ ਨਹੀਂ ਸੀ ਕਰਦੇ। ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ ਸੀ ਕਿ ਇਹ ਜਿਹੜਾ ਪ੍ਰਚਾਰ ਕਰਦੇ ਆ ਉਸ ਅਨੁਸਾਰ ਜ਼ਰੂਰ ਚੱਲੋ, ਪਰ ਇਹਨਾਂ ਦੇ ਕੰਮਾਂ ਵੱਲ ਦੇਖ ਕੇ ਉਹ ਕੰਮ ਮਤ ਕਰੋ। ਉੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਲੋਕ ਵੀ ਪ੍ਰਭੂ ਦਾ ਦਿੱਤਾ ਹੋਇਆ ਜਿਹੜਾ ਨੇਮ ਸੀਗਾ, ਜਿਹੜਾ ਧਰਮ ਸੀਗਾ, ਧਰਮ ਤੇ ਚੱਲ ਨਹੀਂ ਸੀ ਸਕਦੇ। ਧਰਮ ਜਿਹੜਾ ਹੈਗਾ ਉਹ ਰੰਗ ਬਿਰੰਗੇ ਕੱਪੜੇ ਪਾ ਲੈਣੀ, ਜਾਂ ਜਾਂ ਮੈਂ ਆਹ ਖਾਣਾ ਤੇ ਮੈਂ ਆਹ ਨਹੀਂ ਖਾਂਦਾ, ਜਾਂ ਫਿਰ ਮੈਂ ਇੰਨੀ ਵਾਰੀ ਆਹ ਭਗਤੀ ਕਰਦਾ, ਜਾਂ ਮੈਂ ਇੰਨੇ ਸਾਲ ਇਸ ਗੁਫਾ ਦੇ ਵਿੱਚ ਰਿਹਾ। ਉਹਨਾਂ ਚੀਜ਼ਾਂ ਨੂੰ ਧਰਮ ਨਹੀਂ ਕਿਹਾ ਜਾਂਦਾ। ਉਹ ਧਰਮ ਨਹੀਂ ਪੂਰਾ ਹੋ ਰਿਹਾ। ਉਹ ਤਾਂ ਮੈਂ ਦੁਨੀਆ ਤੋਂ ਮਾਣ ਲੈਣ ਦੇ ਲਈ ਉਹ ਕੰਮ ਕਰਦਾ ਪਿਆ, ਪ੍ਰਭੂ ਨੂੰ ਖੁਸ਼ ਕਰਨ ਦੇ ਲਈ ਤਾਂ ਨਹੀਂ ਉਹ ਕੰਮ ਕਰਦਾ ਪਿਆ। ਔਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਆ ਕਿ ਉਹਨਾਂ ਦੀ ਜ਼ਿੰਦਗੀ ਪਾਪੀ ਆ। ਉਸਦੀ ਇੱਕ ਬਹੁਤ ਪਿਆਰੀ ਉਦਾਹਰਨ ਆ ਜਿਹੜੀ ਅਸੀਂ ਯਹੂਨਾ ਦੇ ਵਿੱਚ ਦੇਖਾਂਗੇ। ਅਸੀਂ ਥੋੜਾ ਜਿਹਾ ਹਿੱਸਾ ਪੜਾਂਗੇ ਕਿਉਂਕਿ ਚੈਪਟਰ ਕਾਫੀ ਲੰਬਾ, ਇੰਨਾ ਅਸੀਂ ਪੜ੍ਹ ਨਹੀਂ ਸਕਦੇ। 181 ਪੰਨਾ, ਯਹੂਨਾ ਦਾ 9ਵਾਂ ਭਾਗ, ਉਸਦੀ 1 ਆਇਤ ਤੋਂ ਲੈ ਕੇ 7 ਆਇਤ ਤੱਕ ਕੋਈ ਜਾਣਾ। ਜਿਸਨੂੰ ਮਿਲ मैं पढ़ देना पास्टर जी। ਹਾਂਜੀ ਹਾਂਜੀ, ਗੋ ਹੈ। ਦਫਾ ਹੈਗਾ 181 ਨਵੇਂ ਨੇਮ ਦਾ। ਪ੍ਰਭੂ ਯੀਸ਼ੂ ਦਾ ਇੱਕ ਜਨਮ ਦੇ ਅੰਨੇ ਨੂੰ ਸੁਜਾਖਾ ਕਰਨਾ। ਰਾਹ ਵਿੱਚ ਜਾਂਦਿਆਂ ਹੋਇਆਂ ਯੀਸ਼ੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨਾ ਸੀ। ਯੀਸ਼ੂ ਦੇ ਚੇਲਿਆਂ ਨੇ ਪੁੱਛਿਆ, ਗੁਰੂ ਜੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ ਪਿਤਾ ਨੇ? ਯੀਸ਼ੂ ਨੇ ਉੱਤਰ ਦਿੱਤਾ, ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ ਪਿਤਾ ਨੇ। ਇਹ ਕੇਵਲ ਇਸ ਲਈ ਅੰਨਾ ਜਨਮਿਆ ਕਿ ਇਸ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ। ਜਿਸ ਨੇ ਮੈਨੂੰ ਘੱਲਿਆ ਹੈ, ਸਾਨੂੰ ਉਸ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਦਿਨ ਹੈ। ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ। ਇਹ ਕਹਿ ਕੇ ਯੀਸ਼ੂ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਉਸ ਥੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨੇ ਦੀਆਂ ਅੱਖਾਂ ਉੱਤੇ ਲਾ ਦਿੱਤਾ। ਉਸ ਨੂੰ ਕਿਹਾ, ਜਾ ਕੇ ਸਿਲੋਮ ਦੇ ਤਲਾਬ ਵਿੱਚ ਧੋ ਲੈ। ਇਸ ਦਾ ਅਰਥ ਹੈ ਭੇਜਿਆ ਹੋਇਆ। ਇਸ ਤਰ੍ਹਾਂ ਉਹ ਗਿਆ। ਉਸਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਦੇਖਦਾ ਹੋਇਆ ਮੁੜ ਆਇਆ। ਮੁੜ ਵਾਪਸ ਆ ਗਿਆ। ਇੱਥੇ ਤੱਕ ਅਸੀਂ ਪੜਾਂਗੇ, ਅੱਗੇ ਨਹੀਂ ਪੜਾਂਗੇ। ਸੋ ਜਿਸਲੇ ਚੇਲੇ ਉਸ ਅੰਨੇ ਨੂੰ ਦੇਖਦੇ ਪਏ ਆ, ਉਹਨਾਂ ਨੇ ਦੇਖਿਆ ਕਿ ਕੰਨਾ ਰਸਤੇ ਦੇ ਵਿੱਚ ਬੈਠਾ ਆ, ਉਹ ਉੱਥੇ ਭੀਖ ਮੰਗਦਾ। ਔਰ ਚੇਲਿਆਂ ਨੇ ਜਿਸਲੇ ਉਸਦੇ ਵੱਲ ਦੇਖਿਆ ਤਾਂ ਉਹਨਾਂ ਨੇ ਕੀ ਗੱਲ ਕੀਤੀ, ਇੱਥੇ ਧਿਆਨ ਦੇ ਨਾਲ ਦੇਖੋ। ਚੇਲਿਆਂ ਨੇ ਕੀ ਕਿਹਾ?
ਚੇਲਿਆਂ ਨੇ ਕਿਹਾ, ਯਿਸੂ ਨੂੰ ਪੁੱਛਿਆ, ਗੁਰੂ ਜੀ ਕਿਸਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨਾ ਪੈਦਾ ਹੋਇਆ, ਇਸਨੇ ਜਾਂ ਇਸ ਦੇ ਮਾਤਾ ਪਿਤਾ? ਸੋ ਉਹ ਇਹ ਕਹਿ ਰਹੇ ਆ ਕਿ ਇਸ ਆਦਮੀ ਨੇ ਪਿਛਲੇ ਜਨਮ ਚ ਪਾਪ ਕੀਤਾ ਸੀ, ਮਾਂ ਦੀ ਕੁੱਖ ਦੇ ਵਿੱਚ ਤਾਂ ਪਾਪ ਕਰ ਨਹੀਂ ਸਕਦਾ। ਸੋ ਜੇ ਉਸਨੇ ਪਾਪ ਕੀਤਾ ਤਾਂ ਪਿਛਲੇ ਜਨਮ ਚ ਕੀਤਾ ਹੋਣਾ। ਸੋ ਉਹਨਾਂ ਦੇ ਵਿੱਚ ਏਦਾਂ ਦੀਆਂ ਸਿੱਖਿਆਵਾਂ ਆਲਰੇਡੀ ਘੁੰਮਣ ਲੱਗ ਪਈਆਂ ਸੀ, ਈਵਨ ਦੋ ਕਿ ਯਹੂਦੀ ਸਿਰਫ ਇੱਕ ਜਨਮ ਤੇ ਵਿਸ਼ਵਾਸ ਕਰਦੇ, ਪਰ ਏਦਾਂ ਦੀਆਂ ਚੀਜ਼ਾਂ ਘੁੰਮਣ ਲੱਗ ਪਈਆਂ ਸੀ, ਉਹਨਾਂ ਦੀਆਂ ਸਿੱਖਿਆਵਾਂ ਘੁੰਮਣ ਲੱਗ ਪਈਆਂ ਸੀ। ਸੋ ਯਿਸੂ ਮਸੀਹ ਨੇ ਦੋਨਾਂ ਦਾ ਖਾਤਮਾ ਇੱਥੇ ਕੀਤਾ। ਸੋ ਇਹ ਅੰਨਾ ਕਿਉਂ ਪੈਦਾ ਹੋਇਆ? ਪਾਪ ਕਿਸ ਨੇ ਕੀਤਾ? ਇਹਨੇ ਕਿ ਇਸ ਦੇ ਮਾਤਾ ਪਿਤਾ ਨੇ? ਯਿਸੂ ਨੇ ਉੱਤਰ ਦਿੱਤਾ, ਨਾ ਇਸਨੇ ਪਾਪ ਕੀਤਾ ਤੇ ਨਾ ਹੀ ਇਸ ਦੇ ਮਾਤਾ ਪਿਤਾ ਨੇ, ਇਹ ਕੇਵਲ ਇਸ ਲਈ ਅੰਨਾ ਜਨਮਿਆ ਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ। ਔਰ ਉਹਦੇ ਕੰਮ ਦਾ ਪ੍ਰਗਟਾਵਾ ਕੀ ਹੋਇਆ? ਯਿਸੂ ਉਹਦੇ ਕੋਲ ਗਏ ਆ, ਜਿਸਨੇ ਮੈਨੂੰ ਘੱਲਿਆ ਉਸਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਦਿਨ ਹੈ, ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਸੰਸਾਰ ਦੇ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ। ਇਹ ਕਹਿ ਕੇ ਯਿਸੂ ਨੇ ਜ਼ਮੀਨ ਦੇ ਉੱਤੇ ਥੁੱਕਿਆ ਔਰ ਉਸ ਤੋਂ ਉਸਨੇ ਜਿਹੜਾ ਅਸਲੀ ਲੈਂਗੁਏਜ ਹੈ ਉਸ ਤੋਂ ਉਸਨੇ 2 ਗੋਲੀਆਂ ਬਣਾਈਆਂ ਔਰ ਉਹਦੇ ਅੱਖਾਂ 'ਚ ਪਾ ਦਿੱਤੀਆਂ ਔਰ ਜਾ ਕੇ ਕਿਹਾ, ਜਾ ਤੋ। ਔਰ ਉਹ ਦੇਖਦਾ ਹੋਇਆ ਵਾਪਸ ਆਇਆ। ਉਹੀ ਪ੍ਰਭੂ 2 ਚੀਜ਼ਾਂ ਇੱਥੇ ਸਾਨੂੰ ਪ੍ਰਭੂ ਦਿਖਾ ਰਿਹਾ ਕਿ ਆਦਮ ਨੂੰ ਬਣਾਉਣ ਵਾਲਾ ਵੀ ਮੈਂ ਹੀ ਸੀ। ਜਦ ਉਸਨੂੰ ਮੈਂ ਮਿੱਟੀ ਤੋਂ ਬਣਾਇਆ ਸੀ ਤਾਂ ਉਸ ਦੇ ਵਿੱਚ ਮੈਂ ਸਾਹ ਫੂਕਿਆ ਸੀ ਤੇ ਉਹ ਜੀਵਦਾ ਹੋਇਆ ਸੀ। ਸੋ ਕੁਛ ਮੈਂ ਧਰਤੀ ਦਾ ਲਿਆ, ਕੁਛ ਸਵਰਗੀ ਉਹਦੇ ਵਿੱਚ ਪਾਇਆ ਤੇ ਉਹ ਜਿੰਦਾ ਹੋ ਗਿਆ। ਇਸੇ ਤਰ੍ਹਾਂ ਪ੍ਰਭੂ ਨੇ ਇੱਥੇ ਕੁਛ ਧਰਤੀ ਦਾ ਲਿਆ, ਕੁਛ ਉਹਦੇ ਵਿੱਚ ਸਵਰਗੀ ਪਾਇਆ ਔਰ ਉਹ ਦੇਖਦਾ ਹੋਇਆ ਵਾਪਸ ਆ ਗਿਆ। ਜਿਸ ਲਈ ਅਸੀਂ ਵਾਪਸ ਉੱਥੇ ਜਾਂਦੇ ਹਾਂ ਪਹਿਲੀਆਂ 3 ਆਇਤਾਂ ਦੇ ਵਿੱਚ, ਤੇ ਅਸੀਂ ਇਹ ਦੇਖਦੇ ਪਏ ਹਾਂ ਕਿ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਅਸੀਂ ਪਾਪੀ ਔਰ ਸਾਡੇ ਕੋਲ ਉਸ ਦਾ ਇਲਾਜ ਹੈ ਨਹੀਂ। ਔਰ ਕੱਲ ਜਿਹੜਾ ਅਸੀਂ 4ਥੇ ਚੈਪਟਰ ਦੇ ਵਿੱਚ ਪੜ੍ਹਿਆ ਸੀਗਾ, ਪਰਸੋਂ ਪੜ੍ਹਿਆ ਸੀ ਮੇਰੇ ਖਿਆਲ, ਕਿ ਉਸ ਔਰਤ ਨੇ ਕਿਹਾ ਸੀਗਾ ਜਿਹੜੀ ਖੂਹ ਤੇ ਬੈਠੀ ਸੀ ਕਿ ਹਾਂ ਸਾਨੂੰ ਪਤਾ ਮਸੀਹਾ ਆਏਗਾ ਤੇ ਉਹ ਸਾਨੂੰ ਸਭ ਕੁਝ ਦੱਸੇਗਾ। ਤੇ ਯਿਸੂ ਨੇ ਉਸਨੂੰ ਕਿਹਾ ਸੀ ਕਿ ਉਹ ਮੈਂ ਹਾਂ ਜਿਹੜਾ ਤੇਰੇ ਕੋਲ। ਇੱਥੇ ਪ੍ਰਭੂ ਦਾ ਵਚਨ ਸਾਨੂੰ ਇਹ ਦੱਸਦਾ ਪਿਆ ਪੌਲੁਸ ਦੇ ਰਾਹੀਂ ਕਿ ਭਾਈ ਇਸ ਤੋਂ ਪਹਿਲਾਂ ਤੁਸੀਂ ਪ੍ਰਭੂ ਦੇ ਵਿੱਚ ਆਏ, ਤੁਸੀਂ ਵੀ ਉਸ ਪਾਪ ਦੇ ਨਾਲ ਲੱਦੇ ਪਏ ਸੀ ਔਰ ਤੁਸੀਂ ਇਸ ਧਰਤੀ ਦੀ ਉਸ ਆਤਮਾ ਦੇ ਅਧੀਨ ਸੀ ਜੋ ਪਾਪ ਦੀ ਆਤਮਾ ਆ, ਜੋ ਮੇਰਾ ਆਤਮਾ ਨਹੀਂ, ਵੈਰੀ ਦਾ ਆਤਮਾ। ਸੋ ਤੁਸੀਂ ਉਹਦੇ ਕੰਮ ਕਰਦੇ ਸੀ। ਇਸੇ ਤਰ੍ਹਾਂ ਕਹਿੰਦਾ ਅਸੀਂ ਵੀ ਉਹਦੇ ਹੀ ਕੰਮ ਕਰਦੇ ਸੀ, ਅਸੀਂ ਵੀ ਪਾਪ ਨੇ ਲੱਦੇ ਪਏ ਸੀ। ਪਰ ਹੁਣ ਫਰਕ ਕੀ ਹੋਇਆ? ਹੁਣ ਅਸੀਂ ਉਸ ਹਿੱਸੇ ਦੇ ਵਿੱਚ ਆਏ ਹਾਂ ਜਿੱਥੇ ਕਰਮਾਂ ਦੀ ਗੱਲ ਹੋਣੀ ਹੈ, ਕਿਉਂਕਿ ਅਸੀਂ ਪਿੱਛੇ ਕਰਮਾਂ ਦੀ ਗੱਲ ਦੇਖ ਕੇ ਆਏ ਹਾਂ 9ਵੇਂ ਭਾਗ ਦੇ ਵਿੱਚ। ਕਿਹਨੇ ਬੁਰਾ ਕਰਮ ਕੀਤਾ? ਮਾਂ-ਬਾਪ ਨੇ, ਕਿ ਇਸ ਬੰਦੇ ਨੇ ਕੀਤਾ ਤੇ ਅੰਨਾ ਪੈਦਾ ਹੋਇਆ। ਕੀ ਇਹਦੇ ਪਿਛਲੇ ਜਨਮ ਦੇ ਕਰਮ? ਸਵਾਲ ਇਹ ਹੋ ਰਿਹਾ ਉੱਥੇ ਕਿ ਇਸ ਜਨਮ ਦੇ ਵਿੱਚ ਮਾਂ-ਬਾਪ ਨੇ ਪਾਪ ਕੀਤਾ। ਲੇਕਿਨ ਦੇਖੋ ਆਜ਼ਾਦੀ ਕਿੱਦਾਂ ਮਿਲੀ ਆ। ਅਸੀਂ ਹੁਣ 3 ਤੋਂ 10 ਆਇਤ ਤੱਕ, 4 ਤੋਂ 10 ਆਇਤ ਤੱਕ ਦੇਖੋ ਮੇਰੇ ਨਾਲ। ਪਰ ਪਰਮੇਸ਼ਵਰ ਦੀ ਦਇਆ ਕਿੰਨੀ ਵੱਡੀ। ਸੋ ਅਸੀਂ ਕਿਰਪਾ, ਪਿਆਰ ਤੇ ਦਇਆ ਨੂੰ ਦੇਖਾਂਗੇ। ਪਰਮੇਸ਼ਵਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਸ ਦਾ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ,
ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਦੇ ਵਿੱਚ ਫਿਰ ਜਿੰਦਾ ਕੀਤਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਯਿਸੂ ਦੀ ਸੰਗਤ ਦੇ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸ ਦੇ ਨਾਲ ਜ਼ਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦਾ ਹਿੱਸੇਦਾਰ ਬਣਾਇਆ। ਇਹ ਸਭ ਕੁਝ ਮਸੀਹ ਯਿਸੂ ਦੇ ਕਾਰਨ ਹੋਇਆ, ਉਸ ਦੇ ਪਿਆਰ ਦੇ ਕਾਰਨ, ਬਾਪ ਦੇ ਪਿਆਰ ਦੇ ਕਾਰਨ, ਬਾਪ ਦੀ ਕਿਰਪਾ ਦੇ ਕਾਰਨ ਔਰ ਉਸ ਦੀ ਦਇਆ ਦੇ ਕਾਰਨ ਇਹ ਚੀਜ਼ਾਂ ਹੋ ਰਹੀਆਂ। 4 ਅਕਸ਼ਰ ਜਿਹੜੇ ਮੇਨ ਆਏ ਥੇ ਉਹ ਹੈ ਕਿਰਪਾ, ਪਿਆਰ, ਦਇਆ। ਪਰਮੇਸ਼ਰ ਦੀ ਕਿਰਪਾ, ਉਸ ਦਾ ਪਿਆਰ, ਉਸ ਦੀ ਦਇਆ ਔਰ ਉਸ ਦੇ ਨਾਲ ਅਸੀਂ ਜਿਹੜੀ ਚੀਜ਼ ਇੱਥੇ ਦੇਖਦੇ ਪਏ ਹਾਂ ਕਿ ਮਸੀਹ ਦੀ ਸੰਗਤ ਦੇ ਕਾਰਨ ਪਰਮੇਸ਼ਰ ਦੇ ਨਾਲ ਸਾਨੂੰ ਜ਼ਿੰਦਾ ਕੀਤਾ, ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਬਣਾਇਆ। ਉਸਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਦੇ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਇਹ ਕਰਨ ਦੇ ਲਈ ਇਹ ਚੀਜ਼ ਹੋਈ ਆ। ਸੋ ਇਹ ਸਾਰੇ ਦਾ ਸਾਰਾ ਕੰਮ 4 ਆਇਤ ਤੋਂ ਲੈ ਕੇ ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦੀ ਦਇਆ, ਪਰਮੇਸ਼ਰ ਦਾ ਪਿਆਰ ਦੇ ਕਾਰਨ ਹੋਇਆ ਔਰ ਮਸੀਹ ਦੀ ਦਿੱਤੀ ਹੋਈ ਕੀਮਤ ਦੇ ਕਾਰਨ ਹੋਇਆ। ਚੌਥਾ ਜਿਹੜਾ ਅਕਸ਼ਰ ਆ ਉਹ ਹੈ ਕੀਮਤ, ਜਿਹੜੀ ਉਹਨੇ ਦਿੱਤੀ। ਇਸ ਦੇ ਵਿੱਚ ਅਸੀਂ ਕੁਛ ਨਹੀਂ ਕੀਤਾ। ਅਗਰ ਤੁਸੀਂ 4 ਆਇਤ ਤੋਂ ਲੈ ਕੇ 7ਵੀਂ ਆਇਤ ਤੱਕ ਦੇਖੋ ਕਿ ਇਸ ਦੇ ਵਿੱਚ ਅਸੀਂ ਕੁਛ ਨਹੀਂ ਕੀਤਾ। ਇਸ ਕਰਕੇ ਇਸ ਦੇ ਵਿੱਚ ਜਿਹੜੀ ਗਲੋਰੀਫਿਕੇਸ਼ਨ ਆ, ਜਿਹੜੀ ਮਹਿਮਾ ਆ, ਉਹ ਸਿਰਫ ਪ੍ਰਭੂ ਨੂੰ ਜਾਂਦੀ ਪਈ ਹੈ, ਨਾ ਕਿ ਕਿਸੇ ਇਨਸਾਨ ਨੂੰ। ਸੋ ਇਹਦੇ ਕਰਕੇ ਇਹ ਸਭ ਦੇ ਨਾਲ ਕੀ ਹੋਇਆ? ਹੁਣ 8ਵੀਂ ਆਇਤ ਆਉਂਦੀ ਆ ਜਿਹੜੀ ਸਾਡੀ ਸਾਰਿਆਂ ਦੀ ਫੇਵਰਟ ਆਇਤ, ਔਰ ਉਹ 8ਵੀਂ ਆਇਤ ਇਹ ਆ, ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਇਹ ਕਰਮਾਂ ਦਾ ਨਤੀਜਾ ਨਹੀਂ। ਦੇਖੋ ਉਸਨੇ ਕਿੰਨੀ ਇਸ ਨੂੰ ਸਾਫ਼ ਚੀਜ਼ ਦੱਸ ਦਿੱਤੀ ਆ। ਕਰਮਾਂ ਦੀ ਥਿਊਰੀ ਦੀਆਂ ਇੱਥੇ ਧੱਜੀਆਂ ਉੜ ਗਈਆਂ ਕਿ ਕਰਮਾਂ ਦੇ ਨਾਲ ਬੰਦਾ ਬਚਾਇਆ ਜਾਏਗਾ, ਕਰਮਾਂ ਦੇ ਨਾਲ ਬੰਦਾ ਨਹੀਂ ਬਚਾਇਆ ਜਾਏਗਾ। ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਆ ਜਿਹੜੀ ਇੰਗਲੈਂਡ ਤੋਂ ਸ਼ਾਇਦ ਕਿਸੇ ਭਾਈ ਸਾਹਿਬ ਨੇ ਬਣਾਈ ਆ, ਉਹ ਸਰਕੂਲੇਟ ਕਰਦੀ ਪਈ ਆ, ਔਰ ਉਸ ਦੇ ਵਿੱਚ ਉਹਨਾਂ ਨੇ ਜਿੱਦਾਂ ਇਹ ਗੱਲ ਕਹੀ ਆ ਕਿ ਕਿਸੇ ਪਾਸਟਰ ਨੇ ਇਹ ਚੀਜ਼ ਕਹੀ ਆ ਕਿ 2 ਕਰੋੜ ਸਿੱਖ ਜਿਹੜੇ ਨਰਕ ਨੂੰ ਜਾ ਰਹੇ ਆ, ਔਰ ਉਹ ਇਸ ਕਰਕੇ ਕਿ ਉਹ ਯਿਸੂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਔਰ ਉਸ ਪਾਸਟਰ ਨੇ ਫਿਰ ਉਸ ਤੋਂ ਬਾਅਦ ਜਿਹੜੀ ਉਸਨੇ ਗੱਲ ਕਹਿਣੀ ਆ ਉਹ ਹੁਣ ਕਹਿਣ ਲੱਗਾ ਕਿ ਉਸ ਪਾਸਟਰ ਨੇ ਇਹ ਕਿਹਾ ਕਿ ਤੁਹਾਡਾ ਤਾਂ ਉਹਨਾਂ ਦਾ, ਉਹਨਾਂ ਨੇ ਫਿਰ ਉਸ ਪਾਦਰੀ ਨੇ ਕਿਹਾ ਸਾਡਾ ਤਾਂ ਇੱਕ ਮਰਿਆ ਤੇ ਅਸੀਂ ਸਾਰੀ ਦੁਨੀਆ 'ਚ ਉਹਦਾ ਨਾਮ ਫੈਲਾਤਾ, ਤੁਹਾਡਾ ਤਾਂ 365 ਦਿਨਾਂ ਦੇ ਵਿੱਚ 365 ਹੀ ਮਰਦੇ ਰਹੇ, ਪਰ ਤੁਸੀਂ ਫਿਰ ਵੀ ਨਹੀਂ ਫੈਲਾ ਸਕੇ। That is wrong। ਇਹ ਜਿਹੜੀ ਚੀਜ਼ ਉਸਨੇ ਉਹਨਾਂ ਜਿਹੜੀ ਕਹਿ ਰਿਹਾ ਵੀਡੀਓ ਦੇ ਵਿੱਚ, ਔਰ ਥੱਲੇ ਕਮੈਂਟ ਨਹੀਂ ਲੈ ਰਿਹਾ ਕਿਸੇ ਦੇ, ਉਹ ਰੋਂਗ ਆ, ਕਿਉਂਕਿ ਉਸਨੇ ਇਹ ਪ੍ਰੂਵ ਕੀਤਾ ਕਿ ਮਸੀਹ ਦੇ ਲਈ ਮਰਿਆ ਕੋਈ ਨਹੀਂ। ਪਤਰਸ ਤੋਂ ਲੈ ਕੇ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ, ਉਹਦੇ ਤੋਂ ਲੈ ਕੇ ਅੱਜ ਤੱਕ ਲੋਕ ਮਸੀਹ ਦੇ ਲਈ ਮਰਦੇ ਪਏ। ਉਸਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਸ਼ਹੀਦ ਹੋਏ। ਤੁਸੀਂ ਕਾਰਨ ਇਹ ਹੈ ਕਿ ਅਨਪੜ੍ਹਤਾ ਆ। ਕੀ ਮਸੀਹ ਦੇ ਵਿੱਚ ਸ਼ਹਾਦਤਾਂ ਨਹੀਂ ਹੋਈਆਂ? ਕਿ ਜੇ ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੇ ਲੂਕਾ ਨੂੰ ਉਹਨਾਂ ਨੇ ਪ੍ਰਭੂ ਦੇ ਚੇਲੇ ਆਂਦਰਿਆਸ ਨੂੰ ਉਹਨਾਂ ਨੇ ਜਿਹੜਾ ਉਹ ਬਲਦ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ, ਇੱਕ ਕਹੇ ਦਾ ਬਲਦ ਹੁੰਦਾ ਸੀ, ਉਹਦੇ ਵਿੱਚ ਬੰਦੇ ਨੂੰ ਸੁੱਟ ਕੇ ਥੱਲੇ ਅੱਗ ਬਾਲ ਦਿੰਦੇ ਸੀ। ਕਿ ਆਂਦਰਿਆਸ ਨੂੰ ਨਹੀਂ ਮਾਰਿਆ ਗਿਆ ਉਸ ਤਰੀਕੇ ਦੇ ਨਾਲ? ਕਿ ਘੋੜਿਆਂ ਦੇ ਨਾਲ 4 ਘੋੜੇ ਬੰਨ੍ਹ ਕੇ ਚਾਰੇ ਪਾਸੇ ਨੂੰ ਦੜਾ ਕੇ ਉਹਨਾਂ ਦੇ ਸਰੀਰ ਨਹੀਂ ਪਾੜੇ ਗਏ? ਕਿ ਬੱਚਿਆਂ ਨੂੰ ਦਹੀਂ ਲਾ ਕੇ ਉਹਨਾਂ ਨੂੰ ਕੁੱਤਿਆਂ ਦੇ ਮੂਹਰੇ ਨਹੀਂ ਸੁੱਟਿਆ ਗਿਆ?
हाँ अगर सच्ची गल करेगा तो जरूर मैं उसको मन्नागा, लेकिन जब इसलिए कोई झूठी गल करता, दैट इज रॉन्ग, चाहे वो कोई हो। आई वोंट एक्सेप्ट। ਜਿਹੜੀ चीज देखने वाली जिस दे विच सच्चाई है, लेकिन पतरस चाहे पुठा लटक गया सलीब दे उत्ते, और चाहे आंद्रियास कहे दे बल्द दे विच मारिया गया, लूका नूं दरख्त दे नाल लटका के मारिया गया, चर्चा दियां चर्चा उन्होंने आले दुआले लकड़ां ला के साड़ दित्तियां, शेरां दे मोहरे सुट्टे गए, बच्चियां नूं उत्ते दही मल के कुत्तियां दे नाल खड़ाया गया उन्होंने, लेकिन उन्हां दे विचों किसी ने सानूं मुक्ति नहीं दी। मैं पतरस दी दिन रात ओदी 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 पूजा कर सकदा, पर वो मैनूं मुक्ति नहीं दे सकता, ना ही मैनूं आंद्रियास दे सकदा, ना ही वो बच्चे जिन्हां ने अपना मसीह नूं नहीं छड्डिया ते मर गए। वो चर्चा जड़ियां अंदर हिम गाउंदियां मर गईयां, प्रभु दी महिमा करदियां सड़ गईयां, लेकिन उठ के दौड़ियां नहीं बाहर। सो मेरी इको ही बेनती है ना भैन भरावां नूं जिहड़े इदां दियां मूवियां पाउंदे, प्लीज दोनों पासियां नूं पढ़िया करो, एजुकेट योरसेल्फ। तुसीं बुरे लगदे हैं जिस वेले इदां दी गल करदे, अनपढ़ लगदे। ये अनपढ़ता किसी चीज नूं उच्चा नहीं चुकदी, ये एक्चुअली तुहानूं नीवां दिखाउंदी, उच्चा नहीं चुकदी। पढ़े लिखे लोग इन्हां जॉबां ते लाओ, अनपढ़ नहीं लाओ। ਅਸੀਂ ਆਪਣੇ ਕਰਮਾਂ ਦੇ ਕਰਕੇ ਨਹੀਂ ਬਚੇ, ਅਸੀਂ ਸ਼ਹੀਦਾਂ ਕਰਕੇ ਨਹੀਂ ਬਚੇ। ਕੀ ਉਹ ਕਹਿ ਰਿਹਾ, ਕਹਿੰਦਾ ਕਿ ਤੁਸੀਂ ਉਸ ਦੀ ਕਿਰਪਾ ਦੇ ਦੁਆਰਾ, ਵਿਸ਼ਵਾਸ ਦੇ ਦੁਆਰਾ ਬਚਾਏ ਗਏ ਹੋ, ਇਹ ਤੁਹਾਡੇ ਆਪਣੇ ਸਦਕਾ ਨਹੀਂ ਸਗੋਂ ਪਰਮੇਸ਼ਵਰ ਦੀ ਦਾਤ ਹੈ, ਇਹ ਕਰਮਾਂ ਦਾ ਨਤੀਜਾ ਨਹੀਂ। ਇਸ ਲਈ ਇਸ ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ। ਅਸੀਂ परमेश्वर की रचना हाँ, उसने सानू मसीह यसू द्वारा रचिया। सो किन्ने मिट्टी की लोलो बनाई तो उहदे विच साफ हो गया शब्द नहीं, जो देहधारी होके साडे विच आया। उसने सानू यसू द्वारा रचिया कि असी भले कम्मां वाला जीवन गुजारिए, जो उसने पहला ही साडे करन दे लई ठहराया है। उसने उस अन्ने नूं अखां दित्तियां, वो करके उसने दिखाया कि जिहड़ा आदम नूं रचना कीती सी, वो उसने कीती सी। उसने उस अन्ने दियां अखां सरीरक अखां नहीं उसनूं दित्तियां, उस दियां अखां उसने इदां दियां खोलतियां कि वो सारी सैनहेड्रन दे नाल, सैनहेड्रन जिहड़ा कहंदे है कि जिहड़ा उन्हां दे 72 बजुर्ग हुंदे यहूदियां दे 72 बजुर्गां दे नाल उहने मत्था ला लिया सी जाके, उस दियां अखां खोल दित्तियां सी। जिसलिए प्रभु ने कहा सी ना कि मैं जगत दा चानण, ते उहने उसनूं ऐसा चानण दित्ता उहदे अंदर ते ओह उसने उन्हां दी गल नहीं मन्नी। उसने कहा तेनों धर्म चों छेद दिआंगे, उन्होंने कहा छेद दिओ, पर मैं तुहाडी गल नहीं मन्नूंगा। ਉਹਦੇ मां-बाप डर गए, कहते इनू पुछ लो, मैं बड़ा हो गया, इनू पता, सानू इन्ना पता है, इन्ना पैदा होया सी, बाकी तुसीं इनू पुछो। उस उम्र का है। एक लास्ट एनकाउंटर उस अन्ने दा प्रभु यीशु मसीह दे नाल वचन च देखते हैं। मेरे नाल वापस उत्थे आ जाओ, 182 पन्ना सी, 181 पन्ना सी, कुछ इदां सी। यूहन्ना दा 9वां पाव ते हुण असीं 182 पन्ने ते आ जाओ, और असीं
कोई जाना 24 आयत तो लैके 34 आयत तक पढ़े। मैं पढ़ती हूँ पास्टर जी। हाँ जी, go ahead मेरी प्यारी। बस चैप्टर दसूंगे प्लीज। It is John chapter 9 verse 24 to 34। ਇਸ ਲਈ ਯਹੂਦੀਆਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੋ ਅੰਨਾ ਸੀ ਸੱਦਿਆ ਅਤੇ ਉਸ ਨੂੰ ਕਿਹਾ, ਪਰਮੇਸ਼ਵਰ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ। ਉਸਨੇ ਉੱਤਰ ਦਿੱਤਾ, ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ, ਪਰ ਇਹ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨਾ ਸਾਂ ਅਤੇ ਹੁਣ ਸਜਾਖਾ ਹਾਂ। ਉਹਨਾਂ ਨੇ ਉਸ ਤੋਂ ਪੁੱਛਿਆ, ਉਸਨੇ ਤੇਰੇ ਨਾਲ ਕੀ ਕੀਤਾ? ਉਸਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲੀਆਂ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ ਅਤੇ ਤੁਸੀਂ ਸੁਣਿਆ ਨਹੀਂ ਹੈ। ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕਿ ਤੁਸੀਂ ਵੀ ਉਸਦੇ ਚੇਲੇ ਬਣਨਾ ਚਾਹੁੰਦੇ ਹੋ? ਇਸ ਉੱਤੇ ਉਹਨਾਂ ਉਸਨੂੰ ਕਵਚਨ ਕਹੇ ਅਤੇ ਬੋਲੇ, ਤੂੰ ਹੀ ਉਸਦਾ ਚੇਲਾ ਹੈ। ਅਸੀਂ ਤਾਂ ਮੂਸਾ ਦੇ ਚੇਲੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਮੂਸਾ ਨਾਲ ਗੱਲਾਂ ਕੀਤੀਆਂ, ਪਰ ਇਹ ਆਦਮੀ ਕਿੱਥੋਂ ਹੈ ਅਸੀਂ ਨਹੀਂ ਜਾਣਦੇ। ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, ਇਹ ਅਜੀਬ ਗੱਲ ਹੈ, ਤੁਸੀਂ ਜਾਣਦੇ ਹੀ ਨਹੀਂ ਹੋ ਕਿ ਉਹ ਕਿੱਥੋਂ ਹੈ, ਪਰ ਫਿਰ ਵੀ ਉਸਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ ਹੈ, ਉਹ ਉਹਨਾਂ ਦੀ ਹੀ ਸੁਣਦਾ ਹੈ ਜਿਹੜੇ ਉਸਨੂੰ ਮੰਨਦੇ ਅਤੇ ਉਸਦੀ ਇੱਛਾ ਅਨੁਸਾਰ ਚੱਲਦੇ ਹਨ। ਦੁਨੀਆ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੇ ਇਹ ਨਹੀਂ ਸੁਣਿਆ ਗਿਆ ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲੀਆਂ ਹੋਣ। ਜੇਕਰ ਇਹ ਆਦਮੀ ਪਰਮੇਸ਼ਵਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਨਾ ਕਰ ਸਕਦਾ। ਉਹਨਾਂ ਨੇ ਉਸਨੂੰ ਉੱਤਰ ਦਿੱਤਾ, ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈ ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈ? ਫਿਰ ਉਹਨਾਂ ਨੇ ਉਸਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ। ਫਿਰ ਉਸਨੂੰ ਪ੍ਰਾਰਥਨਾ ਘਰ ਦੇ ਵਿੱਚੋਂ ਛੇਕ ਦਿੱਤਾ। ਉਸਨੇ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀਤੀ। ਔਰ ਯਿਸੂ ਨੇ ਸੁਣਿਆ ਇਸ ਗੱਲ ਨੂੰ ਕਿ ਉਹਨਾਂ ਨੇ ਉਸਨੂੰ ਪ੍ਰਾਰਥਨਾ ਘਰ 'ਚ ਛੇਕ ਦਿੱਤਾ। ਹੁਣ ਤੁਸੀਂ ਦੇਖੋ, ਅੱਗੇ ਦੇਖੋ ਕੀ ਹੁੰਦਾ ਪਿਆ। ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਛੇਕ ਦਿੱਤਾ ਹੈ, ਇਸ ਲਈ ਉਸ ਨੂੰ ਲੱਭ ਕੇ ਯਿਸੂ ਨੇ ਉਸ ਤੋਂ ਪੁੱਛਿਆ ਕਿ ਕੀ ਤੂੰ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ? ਛੇਕਣ ਦਾ ਮਤਲਬ ਪਤਾ ਕੀ ਹੈ? ਛੇਕਣ ਦਾ ਮਤਲਬ ਇਹ ਹੈ ਕਿ ਈਵਨ ਉਸਦੇ ਮਾਂ-ਬਾਪ ਵੀ ਹੁਣ ਉਸਨੂੰ ਘਰ ਵੜਨ ਨਹੀਂ ਦੇਣਗੇ। ਇਸ ਦਾ ਮਤਲਬ ਆ ਕਿ ਉਸਨੂੰ ਜਾਇਦਾਦ ਨਹੀਂ ਮਿਲੂਗੀ। ਇਸ ਦਾ ਮਤਲਬ ਆ ਕਿ ਉਸਦੇ ਭੈਣ ਭਰਾ ਔਰ ਬਾਕੀ ਦੇ ਰਿਸ਼ਤੇਦਾਰ ਔਰ ਕਮਿਊਨਿਟੀ ਉਸਦੇ ਨਾਲ ਕੋਈ ਰਿਸ਼ਤਾ ਨਹੀਂ ਰੱਖੂਗੀ। ਇਸ ਦਾ ਮਤਲਬ ਆ ਕਿ ਉਸਨੂੰ ਇੱਕ ਗੈਰ ਯਹੂਦੀ ਦੀ ਤਰ੍ਹਾਂ ਦੇਖਿਆ ਜਾਏਗਾ ਔਰ ਅਸ਼ੁੱਧ ਗਿਣਿਆ ਜਾਏਗਾ। ਇਹ ਛੋਟੀ ਮੋਟੀ ਚੀਜ਼ ਨਹੀਂ ਹੈਗੀ, ਲੇਕਿਨ ਪ੍ਰਭੂ ਜਿਹਦਾ ਅੰਦਰ ਚਾਨਣ ਭਰ ਦਿੰਦਾ, ਉਸਨੇ ਉਸਦੀਆਂ ਅੱਖਾਂ ਹੀ ਨਹੀਂ ਖੋਲੀਆਂ, ਉਸਨੇ ਉਸਦਾ ਅੰਦਰ ਨੂੰ ਚਾਨਣ ਬਣਾ। ਔਰ ਇਸ ਕਰਕੇ ਉਹ ਕਹਿ ਰਿਹਾ, ਉਸਨੇ ਕਿਹਾ, ਕਹਿੰਦਾ ਉਸਨੂੰ ਲੱਭ ਕੇ ਪੁੱਛਿਆ, ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ? ਯਿਸੂ ਨੇ ਉਸਨੂੰ ਕਿਹਾ। ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, ਸ਼੍ਰੀਮਾਨ ਜੀ ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰਾਂ। ਯਿਸੂ ਨੇ ਉੱਤਰ ਦਿੱਤਾ, ਤੂੰ ਉਸ ਨੂੰ ਦੇਖ ਚੁੱਕਾ ਹੈ, ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ ਉਹ ਹੀ। दूसरी बारी प्रभु यीशु मसीह ने ये शब्द वरते। पहली बारी तुहानू किसी नू पता कि ये शब्द कित्थे उसने वरते सी? ਜਦੋਂ ਸਾਮਰੀ ਔਰਤ ਨਾਲ ਗੱਲ ਕਰਦੇ ਸੀ। ਐਗਜ਼ੈਕਟਲੀ ਸਾਰੇ ਦਾ ਸਾਰਾ ਪਿੰਡ ਆਪਣੇ ਗੋਡਿਆਂ ਦੇ ਉੱਤੇ ਆ ਗਿਆ ਸੀ। ਸਭ ਤੋਂ ਪਹਿਲਾਂ ਜਿਹੜਾ ਬਚਾਏ ਗਿਆ ਉਹ ਸਾਮਰੀ ਲੋਕ ਬਚਾਏ। मैं उसके उत्ते विश्वास करा। यीशु ने उसनू क्या उत्तर दिता, तू उसनू देख चुका है, तेरे नाल जो गल्लां कर रहा है वो ही। वो आदमी बोलिया, प्रभु जी मैं विश्वास करदा हां, अते उसने गोडियां पर नहीं होके प्रणाम किया। प्रभु यीशु मसीह ने उसनू ये नहीं कहा कि तू मेरे मोरे क्यों झुकदा, झुकिया तां सिर्फ परमेश्वर दे मोरे जांदा। फरिश्तियां ने भी ये गल कही आ, अगर फरिश्तियां मोरे को झुकिया तो उसने कहा मेरे मोरे ना झुक, मैं तो एक काम आया प्रभु का, परमेश्वर मोरे झुक, महिमा दे योग हो। यीशु ने नहीं किया, he worshipped him। इत्थे ये लिखा उसने उसकी उपासना की थी।
और उसने उपासना स्वीकार की। यहूदी देख रहे हैं इस वेले और यसू उन्हां यहूदियों नूं कह रहे आ ਜਿਹੜੇ ਆਪਣੇ ਆਪ ਨੂੰ मूसा ਦੇ ਚੇਲੇ ਕਹਿੰਦੇ ਆ। यसू ने कहा मैं संसार ਦੇ ਵਿੱਚ ਨਿਆਂ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ ਉਹ ਦੇਖਣ ਅਤੇ ਜਿਹੜੇ ਦੇਖਦੇ ਹਨ ਉਹ ਅੰਨੇ ਹੋ ਜਾਣ। ਕੁਝ ਫਰੀਸੀ ਜਿਹੜੇ ਉੱਥੇ यसू ਦੇ ਨਾਲ ਸਨ ਇਹ ਸੁਣ ਕੇ ਬੋਲੇ ਕਿ ਅਸੀਂ ਵੀ ਅੰਨੇ ਹਾਂ। यसू ਨੇ ਉਹਨਾਂ ਨੂੰ ਉੱਤਰ ਦਿੱਤਾ ਜੇਕਰ ਤੁਸੀਂ ਅੰਨੇ ਹੁੰਦੇ ਤਾਂ ਪਾਪ ਦੇ ਭਾਗੀ ਨਾ ਹੁੰਦੇ। ਜੇ ਤੁਸੀਂ ਅੰਨੇ ਹੁੰਦੇ ਤਾਂ ਪਾਪ ਦੇ ਭਾਗੀ ਨਾ ਹੁੰਦੇ, ਪਰ ਤੁਸੀਂ ਕਹਿੰਦੇ ਹੋ ਅਸੀਂ ਦੇਖਦੇ ਹਾਂ, ਇਸ ਕਾਰਨ ਤੁਹਾਡਾ ਪਾਪ ਬਣਿਆ ਰਹਿੰਦਾ ਹੈ। ਕਿ ਨਹੀਂ ਅਮੇਜ਼ਿੰਗ ਜੀ। ਜਿਸ ਲਈ ਅਸੀਂ ਫਿਰ ਮੁੜ ਕੇ ਵਾਪਸ ਆਉਂਦੇ ਹਾਂ ਤੇ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਇਹ ਪ੍ਰਭੂ ਦੇ ਕਿਰਪਾ, ਪ੍ਰਭੂ ਦੇ ਪਿਆਰ, ਦਇਆ ਅਤੇ ਮਸੀਹ ਨੇ ਜਿਹੜੀ ਕੀਮਤ ਦਿੱਤੀ ਅਸੀਂ ਉਹਦੇ ਕਰਕੇ ਬਚਾਏ ਗਏ ਹਾਂ, ਨਾ ਕਿ ਆਪਣੇ ਕਰਮਾਂ ਦੇ ਕਰਕੇ। ਇਹ ਮੇਰੇ ਕਰਮਾਂ ਦੇ ਕਰਕੇ ਨਹੀਂ ਕਿ ਮੇਰੇ ਕੋ ਅੱਜ ਮੁਕਤੀ ਆ ਪ੍ਰਭੂ ਦੀ। ਇਹ ਮੇਰੇ ਕਰਮਾਂ ਦੇ ਕਰਕੇ ਨਹੀਂ ਕਿ ਮਸੀਹ ਦਾ ਸਾਥ ਮੇਰੇ ਕੋਲ ਆ। ਇਹ ਮੇਰੇ ਕਰਮਾਂ ਦੇ ਕਰਕੇ ਨਹੀਂ ਕਿ ਬਾਪ ਦੀ ਨਿਗਾਹਬਾਨੀ ਮੇਰੇ ਉੱਤੇ ਆ। ਇਹ ਮੇਰੇ ਕਰਮਾਂ ਕਰਕੇ ਨਹੀਂ ਕਿ ਮੈਨੂੰ ਪ੍ਰਭੂ ਨੇ ਸੱਤੇ ਪਾਸਿਓਂ ਘੇਰ ਲਿਆ ਔਰ ਘਰ ਨੂੰ ਲੈ ਕੇ ਜਾ ਰਿਹਾ। ਇਹ ਮਸੀਹ ਦੇ ਕਰਕੇ ਇਹ ਉਸ ਸਲੀਬ ਤੇ ਜਿਹੜਾ ਉਹਨੇ ਕੰਮ ਕੀਤਾ, ਇਹ ਸਭ ਕੁਛ ਉਹਦੇ ਕਰਕੇ। ਆਓ ਅਸੀਂ ਹੁਣ 11 ਆਇਤ ਤੋਂ ਲੈ ਕੇ ਇਸ ਨੂੰ ਚੈਪਟਰ ਨੂੰ ਅਖੀਰ ਤੱਕ ਪੜ੍ਹਦੇ ਹੋ, ਫਿਰ ਜਿੰਨਾ ਅਸੀਂ ਕਵਰ ਕਰ ਸਕਾਂਗੇ ਉਹਨਾਂ ਚ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਹਾਂਜੀ, go ahead, ਮੇਰੇ ਕੋਲ। ਮਸੀਹ ਵਿੱਚ ਏਕਤਾ। ਇਹ ਯਾਦ ਰੱਖੋ ਕਿ ਉਹ ਵੀ ਸਮਾਂ ਸੀ ਜਦੋਂ ਤੁਹਾਨੂੰ ਪਰਾਈ ਕੌਮ ਦਾ ਨਾਂ ਦਿੱਤਾ ਗਿਆ ਸੀ, ਕਿਉਂਕਿ ਤੁਸੀਂ ਸਰੀਰਕ ਰਸਮਾਂ ਨੂੰ ਪੂਰਾ ਨਹੀਂ ਕੀਤਾ ਸੀ। ਉਸ ਸਮੇਂ ਉਹ ਜਿਨ੍ਹਾਂ ਇਸ ਸਰੀਰਕ ਰਸਮ ਨੂੰ ਪੂਰਾ ਕੀਤਾ ਸੀ ਆਪਣੇ ਆਪ ਨੂੰ ਸੁੰਨਤੀ ਕਹਿੰਦੇ ਸਨ ਅਤੇ ਤੁਹਾਨੂੰ ਅਸੁੰਨਤੀ। ਉਸ ਸਮੇਂ ਤੁਸੀਂ ਬਿਨਾਂ ਮਸੀਹ ਦੇ ਸਾਓ। ਇਸ ਕਾਰਨ ਤੁਸੀਂ ਇਜ਼ਰਾਈਲ ਕੌਮ ਦੀ ਨਾਗਰਿਕਤਾ ਤੋਂ ਰਹਿਤ ਅਤੇ ਪ੍ਰਤਿਗਿਆ ਵਾਲੇ ਨੇਮ ਤੋਂ ਦੂਰ ਸਾਓ। ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਬਿਨਾਂ ਆਸ਼ਾ ਅਤੇ ਪਰਮੇਸ਼ਵਰ ਦੇ ਰੰਦੇ ਸਾਓ। ਪਰ ਹੁਣ ਮਸੀਹ ਦੇ ਵਿੱਚ ਤੁਸੀਂ ਜੋ ਉਸ ਸਮੇਂ ਦੂਰ ਸਾਓ, ਮਸੀਹ ਦੇ ਖੂਨ ਦੁਆਰਾ ਲਾਗੇ ਲਿਆਂਦੇ ਗਏ ਹੋ। ਮਸੀਹ ਆਪ ਸਾਡਾ ਮੇਲ ਹੈ। ਉਸਨੇ ਹੀ ਯਹੂਦੀਆਂ ਤੇ ਦੂਜੀਆਂ ਕੌਮਾਂ ਨੂੰ ਇੱਕ ਕੀਤਾ ਹੈ। ਉਸਨੇ ਆਪਣੇ ਸਰੀਰ ਦੀ ਕੁਰਬਾਨੀ ਦੁਆਰਾ ਵੈਰ ਭਾਵ ਅਤੇ ਜੁਦਾਈ ਦੀ ਕੰਧ ਨੂੰ ਢਾ ਦਿੱਤਾ ਹੈ। ਉਸਨੇ ਨੇਮ ਨੂੰ ਉਸਦੇ ਹੁਕਮਾਂ ਅਤੇ ਮੰਗਾਂ ਸਮੇਤ ਖਤਮ ਕਰ ਦਿੱਤਾ ਹੈ। ਉਸਨੇ ਇਹ ਇਸ ਲਈ ਕੀਤਾ ਹੈ ਕਿ ਉਹ ਯਹੂਦੀਆਂ ਤੇ ਦੂਜੀਆਂ ਕੌਮਾਂ ਵਿੱਚੋਂ ਇੱਕ ਸਾਂਝੀ ਕੌਮ ਪੈਦਾ ਕਰੇ ਜੋ ਉਸਦੇ ਨਾਲ ਇੱਕ ਹੋਵੇ ਅਤੇ ਇਸ ਤਰ੍ਹਾਂ ਸ਼ਾਂਤੀ ਸਥਾਪਿਤ ਹੋਵੇ। ਉਹ ਸਲੀਬ ਤੇ ਇਸ ਲਈ ਮਰਿਆ ਕਿ ਸਾਡੇ ਦੋਹਾਂ ਵਿਚਲੇ ਵੈਰ ਨੂੰ ਖਤਮ ਕਰਕੇ ਸਾਨੂੰ ਇੱਕ ਕੌਮ ਦੇ ਰੂਪ ਵਿੱਚ ਪਰਮੇਸ਼ਵਰ ਕੋਲ ਵਾਪਸ ਲਿਆਵੇ। ਮਸੀਹ ਨੇ ਆ ਕੇ ਸ਼ੁਭ ਸਮਾਚਾਰ ਦਾ ਪ੍ਰਚਾਰ ਤੁਹਾਡੇ ਲਈ ਕੀਤਾ, ਜੋ ਦੂਰ ਸਾਓ ਅਤੇ ਯਹੂਦੀਆਂ ਲਈ ਵੀ ਜੋ ਨੇੜੇ ਸਨ। ਹੁਣ ਇਹ ਮਸੀਹ ਦੇ ਦੁਆਰਾ ਹੀ ਸਾਨੂੰ ਦੋਹਾਂ ਅਰਥਾਤ ਯਹੂਦੀਆਂ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਵਰ ਸਾਹਮਣੇ ਜਾਣ ਦਾ ਇੱਕੋ ਜਿਹਾ ਅਧਿਕਾਰ ਮਿਲਿਆ ਹੈ। ਇਸ ਲਈ ਹੁਣ ਤੁਸੀਂ ਪਰਦੇਸੀ ਅਤੇ ਵਿਦੇਸ਼ੀ ਨਹੀਂ ਰਹੇ ਹੋ, ਤੁਸੀਂ ਪਰਮੇਸ਼ਵਰ ਦੇ ਲੋਕਾਂ ਦੀ ਸੰਗਤ ਅਤੇ ਟੱਬਰ ਦੇ ਅੰਗ ਹੋ। ਹੁਣ ਤੁਸੀਂ ਵੀ ਉਸ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ ਅਤੇ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹੈ। ਉਸੇ ਦੀ ਸੰਗਤ ਵਿੱਚ ਸਾਰੀ ਇਮਾਰਤ ਦੀ ਉਸਾਰੀ ਪਰਮੇਸ਼ਵਰ ਦੇ ਅਭਿਸ਼ੇਕ ਪਵਿੱਤਰ ਮੰਦਰ ਦੇ ਰੂਪ ਵਿੱਚ ਹੋ ਰਹੀ ਹੈ। ਉਸੇ ਦੀ ਸੰਗਤ ਵਿੱਚ ਹੀ ਦੂਜਿਆਂ ਦੇ ਨਾਲ ਤੁਹਾਡੀ ਵੀ ਆਤਮਾ ਦੇ ਦੁਆਰਾ ਇੱਕ ਘਰ ਦੇ ਰੂਪ ਵਿੱਚ ਪਰਮੇਸ਼ਵਰ ਦੇ ਰਹਿਣ ਲਈ ਉਸਾਰੀ ਹੋ ਰਹੀ ਹੈ। Amen. ਕਿੰਨਾ ਪਿਆਰਾ ਹਿੱਸਾ ਹੈ ਦੇਖੋ ਪ੍ਰਭੂ ਦੇ ਵਚਨ ਦਾ। ਕਹਿੰਦੇ 11 ਤੇ 12 ਆਇਤ ਦੇਖੋ ਜਿਸ ਤਰ੍ਹਾਂ ਕਿ ਉਸਨੇ ਇੱਥੇ ਦੱਸੀ। ਕਹਿੰਦਾ ਇਹ ਯਾਦ ਰੱਖੋ ਕਿ ਉਹ ਸਮਾਂ ਸੀ ਜਦੋਂ ਤੁਹਾਨੂੰ ਪਰਾਈ ਕੌਮ ਦਾ ਨਾਂ ਦਿੱਤਾ ਜਾਂਦਾ ਸੀ ਔਰ ਉਹ ਕਿਉਂਕਿ ਤੁਸੀਂ ਸਰੀਰਕ ਰਸਮਾਂ ਨੂੰ ਪੂਰਾ ਨਹੀਂ ਕਰਦੇ ਸੀ। ਉਹ ਜਿਹੜੇ ਸਰੀਰਕ ਰਸਮਾਂ ਨੂੰ ਪੂਰਾ ਕਰਦੇ ਸੀ ਉਹ ਆਪਣੇ ਆਪ ਨੂੰ ਸੁੰਨਤੀ ਕਹਿੰਦੇ ਸਨ ਤੇ ਤੁਹਾਨੂੰ ਸੁੰਨਤੀ। ਔਰ ਉਸ ਸਮੇਂ ਤੁਸੀਂ ਬਿਨਾਂ ਮਸੀਹ ਦੇ ਸਾਓ। ਇਸ ਕਾਰਨ ਇਜ਼ਰਾਈਲ ਕੌਮ ਦੀ ਨਾਗਰਿਕਤਾ ਤੋਂ ਰਹਿਤ ਸਾਓ ਅਤੇ ਪ੍ਰਤਿਗਿਆ ਵਾਲੇ ਨੇਮ ਤੋਂ ਦੂਰ ਸਾਓ ਅਤੇ ਤੁਸੀਂ ਇਸ ਸੰਸਾਰ ਦੇ ਵਿੱਚ ਬਿਨਾਂ ਆਸ਼ਾ ਅਤੇ ਪਰਮੇਸ਼ਵਰ।
And that is a big thing. ਜਿਹੜੇ ਪ੍ਰਭੂ ਦੇ ਜਿਨ੍ਹਾਂ ਦੇ ਕੋਲ ਨੇਮ ਸੀ ਉਹ ਆਪਣੇ ਆਪ ਨੂੰ ਪ੍ਰਭੂ ਦੇ ਲੋਕ ਕਹਿੰਦੇ ਸੀ। ਈਵਨ ਲੋਕ ਉਹਨਾਂ ਨੂੰ ਪ੍ਰਭੂ ਦੇ ਲੋਕ ਕਹਿੰਦੇ ਸੀ, ਕਿਉਂਕਿ ਜਿਸ ਵੇਲੇ ਉਹਨਾਂ ਨੂੰ ਉਹ ਇਜ਼ਰਾਈਲ ਦੀ ਧਰਤੀ ਮਿਲੀ ਆ, ਉਹ ਇੱਕ ਬਹੁਤ ਵੱਡਾ ਆਲੇ ਦੁਆਲੇ ਦੀਆਂ ਕੌਮਾਂ ਦੇ ਲਈ ਜਿਹੜੀਆਂ ਸੀਗੀਆਂ ਉਹਨਾਂ ਦੇ ਲਈ ਬਹੁਤ ਵੱਡਾ ਸ਼ੌਕ ਸੀ। ਈਜਿਪਟ ਦੇ ਲਈ ਬਹੁਤ ਵੱਡਾ, ਮਿਸਰ ਦੇ ਲਈ ਬਹੁਤ ਵੱਡਾ ਸ਼ੌਕ ਸੀ ਕਿ 6 ਲੱਖ ਆਦਮੀ ਪਲੱਸ ਔਰਤਾਂ ਪਲੱਸ ਬੱਚੇ ਇੱਕ ਐਡੀ ਵੱਡੀ ਡਾਇਨਾਸਟੀ ਦੇ ਹੱਥੋਂ ਰਾਮਸੀ ਦਾ ਬੇਟਾ ਰਾਮਸੀ ਦਾ 3rd ਗੱਦੀ ਦੇ ਉੱਤੇ ਬੈਠਾ ਆ, ਐਡੀ ਔਰ ਪੂਰੇ ਜਲਾਲ ਦੇ ਉੱਤੇ ਹੈ ਉਸ ਵੇਲੇ ਜਿਹੜਾ ਮਿਸਰ ਦਾ ਰਾਜ ਆ। ਔਰ ਉੱਥੋਂ ਆਲਮੋਸਟ ਜੇ ਇੱਕ ਬੰਦੇ ਦੇ ਜੇ 6 ਲੱਖ ਬੰਦੇ ਆ ਤੇ ਇੱਕ ਉਸ ਦੀ ਪਤਨੀ ਆ ਤੇ 2 ਬੱਚੇ ਆ ਤੇ ਹਿਸਾਬ ਕਿਤਾਬ ਲਾ ਕੇ ਦੇਖ ਲਓ 10 ਲੱਖ ਤੋਂ ਜ਼ਿਆਦਾ ਬੰਦਾ ਉੱਥੋਂ ਨਿਕਲ ਕੇ ਆ ਗਿਆ। ਕਿੱਦਾਂ ਆ ਗਿਆ? ਉਹਨਾਂ ਨੂੰ ਪਤਾ ਕਿ ਪ੍ਰਭੂ ਨੇ ਸਮੁੰਦਰ ਖੋਲਿਆ, ਉਹਦੇ ਵਿੱਚ ਦੀ ਕੱਢ ਕੇ ਲੈ ਕੇ ਆਇਆ। 40 ਸਾਲ ਤੱਕ ਇਹਨਾਂ ਨੂੰ ਪ੍ਰਭੂ ਨੇ ਉਜਾੜ ਦੇ ਵਿੱਚ ਖੜਾਇਆ ਪੜਾਇਆ। 40 ਸਾਲ ਤੱਕ ਦੂਜੀਆਂ ਕੌਮਾਂ ਵੀ ਉਹ ਪ੍ਰਭੂ ਦੀ ਅੱਗ ਦੀ ਰੋਸ਼ਨੀ ਦੇਖਦੀਆਂ ਸੀ। ਔਰ ਦਿਨੇ ਜਿੱਥੇ ਕਦੀ ਪਾਣੀ ਸਾਰੇ ਸਾਲ ਦੇ ਵਿੱਚ ਜਿੱਥੇ ਸਿਰਫ 2 ਇੰਚ ਬਾਰਿਸ਼ ਹੁੰਦੀ ਆ, ਉਹਦੇ ਤੇ ਇਹਨਾਂ ਦੇ ਉੱਤੇ ਬੱਦਲ ਦੇਖਦੇ ਸੀ। ਬੱਦਲਾਂ ਦੀ ਛਾਂ ਦੇ ਥੱਲੇ ਚੱਲਦੇ ਸੀ, ਨਾ ਜੁੱਤੀ ਟੁੱਟੀ ਨਾ ਕੱਪੜਾ ਪਾਟਿਆ, ਸਵਰਗ ਤੋਂ ਮੰਨਾ ਵਰਦਾ ਸੀ ਔਰ ਖਾਣ ਨੂੰ ਇਹਨਾਂ ਨੂੰ ਮਿਲਦਾ ਸੀ। ਜਰਦਨ ਦਾ ਦਰਿਆ ਖੋਲ ਕੇ ਇਹ ਕੌਮ ਅੱਗੇ ਵਧੀ ਔਰ ਜਿੱਤਾਂ ਤੋਂ ਬਾਅਦ ਜਿੱਤਾਂ ਪ੍ਰਾਪਤ ਕੀਤੀਆਂ। ਔਰ ਜਿੱਤਾਂ ਇਹਨਾਂ ਨੇ ਪ੍ਰਾਪਤ ਨਹੀਂ ਕੀਤੀਆਂ, ਪ੍ਰਭੂ ਨੇ ਕਿਹਾ ਜਿੱਤਾਂ ਤੁਹਾਨੂੰ ਮੈਂ ਦਿੱਤੀਆਂ, ਤੁਸੀਂ ਸਿਰਫ ਕਬਜ਼ਾ ਕੀਤਾ। ਲੋਕ ਹੈਰਾਨ ਸੀ। ਲੋਕ ਇਹਨਾਂ ਨੂੰ ਪ੍ਰਭੂ ਦੇ ਲੋਕ ਕਹਿੰਦੇ ਸੀ, ਇਹ ਪ੍ਰਭੂ ਦੇ ਲੋਕ। ਔਰ ਉਹਨਾਂ ਲੋਕਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਇੱਕ ਅਸੀਂ ਜੈਰੀਕੋ ਦੀ ਕੰਧ ਦੇਖੀ ਸੀ ਜਿਹੜੀ ਢੱਠੀ ਸੀ, ਔਰ ਉੱਥੇ ਦੂਸਰੀਆਂ ਕੌਮਾਂ ਨੂੰ ਮਾਰਿਆ ਗਿਆ ਸੀ। ਉੱਥੇ ਪ੍ਰਭੂ ਦੀ ਹਜ਼ੂਰੀ ਉੱਥੇ ਵੀ ਆਈ ਹੈ, ਉੱਥੇ ਵੀ ਯਿਸੂ ਦੀ ਹਜ਼ੂਰੀ ਆਈ ਹੈ, ਲੇਕਿਨ ਉੱਥੇ ਯਿਸੂ ਨੇ ਦੂਜੀਆਂ ਕੌਮਾਂ ਨੂੰ ਨਹੀਂ ਬਚਾਇਆ। ਬਹੁਤ ਵੱਡੀ ਚੀਜ਼ ਸੀ। ਜਿਸ ਲਈ ਮੈਂ ਇਹ ਪਹਿਲੀ ਵਾਰੀ ਪੜ੍ਹਿਆ ਇਹ ਹਿੱਸਾ, ਮੇਰੇ ਨਾਲ ਯਹੋਸ਼ੂਆ ਦੇ ਵਿੱਚ ਆ ਜਾਓ, ਜਾਸ਼ੂਆ ਦੇ ਵਿੱਚ, ਔਰ 312 ਪੰਨਾ ਔਰ 5ਵੇਂ ਪਾਠ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਹੁਣ ਕਬਜ਼ਾ ਕਰਨ ਦਾ ਸਮਾਂ ਆ ਗਿਆ ਤੇ ਉੱਥੇ ਲਿਖਿਆ ਕਿ 13 ਆਇਤ ਦੇ ਵਿੱਚ ਆ ਜਾਓ, ਯਹੋਸ਼ੂਆ ਯਰੀਹੋ ਦੇ ਲਾਗੇ ਪਹੁੰਚਿਆ। ਸਭ ਨੂੰ ਮਿਲ ਗਿਆ 312 ਪੰਨਾ ਪੁਰਾਣੇ ਨਿਯਮ। ਜਾਸ਼ੂਆ ਚੈਪਟਰ 5 verse 13। ਗੁੱਡ। ਜਦੋਂ ਯਹੋਸ਼ੂਆ ਯਰੀਹੋ ਦੇ ਲਾਗੇ ਪਹੁੰਚਿਆ ਤਾਂ ਅਚਾਨਕ ਉਸਨੇ ਇੱਕ ਆਦਮੀ ਨੂੰ ਹੱਥ ਦੇ ਵਿੱਚ ਤਲਵਾਰ ਲਈ ਸਾਹਮਣੇ ਖੜਾ ਦੇਖਿਆ। ਯਹੋਸ਼ੂਆ ਨੇ ਉਸ ਆਦਮੀ ਦੇ ਕੋਲ ਜਾ ਕੇ ਪੁੱਛਿਆ, ਤੁਸੀਂ ਕੌਣ ਹੋ? ਤੁਸੀਂ ਸਾਡੀ ਵੱਲ ਹੋ ਜਾਂ ਵੈਰੀਆਂ ਦੇ ਵੱਲ? ਉਸ ਆਦਮੀ ਨੇ ਉੱਤਰ ਦਿੱਤਾ, ਨਹੀਂ, ਮੈਂ ਪ੍ਰਭੂ ਦੀ ਸੈਨਾ ਦਾ ਸੈਨਾਪਤੀ। ਯਹੋਸ਼ੂਆ ਇਹ ਸੁਣ ਕੇ ਤੁਰੰਤ ਧਰਤੀ ਤੇ ਮੂੰਹ ਪਾ ਡਿੱਗ ਪਿਆ ਤੇ ਬੋਲਿਆ, ਸ਼੍ਰੀਮਾਨ ਜੀ, ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਸੈਨਾਪਤੀ ਨੇ ਯਹੋਸ਼ੂਆ ਨੂੰ ਕਿਹਾ, ਆਪਣੇ ਪੈਰੋਂ ਜੁੱਤੀ ਉਤਾਰ ਦੇ, ਕਿਉਂਕਿ ਤੂੰ ਪਵਿੱਤਰ ਧਰਤੀ ਤੇ ਖੜਾ ਹੈ। ਕਿਸੇ ਐਂਜਲ ਨੇ ਕਦੀ ਅੱਜ ਤੱਕ ਏਦਾਂ ਨਹੀਂ ਕਿਹਾ, ਕਦੀ ਕਿਸੇ ਫਰਿਸ਼ਤੇ ਨੇ ਏਦਾਂ ਨਹੀਂ ਕਿਹਾ। ਇਹ ਸ਼ਬਦ ਸਿਰਫ ਮੋਜ਼ਸ ਨੂੰ ਕਹੇ ਗਏ ਸੀ। ਮੂਸਾ ਨੂੰ ਜਿਸ ਵੇਲੇ ਪ੍ਰਭੂ ਨੇ ਵੱਖਰਾ ਕੀਤਾ ਸੀ, ਉਸ ਲਈ ਕਹੇ ਗਏ ਸੀ, ਆਪਣੇ ਪੈਰੋਂ ਜੁੱਤੀ ਉਤਾਰ ਦੇ, ਤੂੰ ਪਵਿੱਤਰ ਥਾਂ ਤੇ ਖੜਾ। ਸੋ ਯਹੋਸ਼ੂਆ ਨੇ ਆਪਣੇ ਪੈਰਾਂ ਤੋਂ ਜੁੱਤੀ ਉਤਾਰ ਦਿੱਤੀ। ਔਰ ਉਸ ਤੋਂ ਬਾਅਦ ਪ੍ਰਭੂ ਉਸ ਦੇ ਨਾਲ ਬੋਲਿਆ, ਉਸਨੂੰ ਦੱਸਿਆ ਕਿ ਤੁਸੀਂ 7 ਚੱਕਰ ਹਰੇਕ ਦਿਨ ਤੁਸੀਂ ਪ੍ਰਭੂ ਦੀ ਆਰਕ ਨੂੰ ਲੈ ਕੇ, ਉਸ ਸੰਦੂਕ ਨੂੰ ਲੈ ਕੇ ਇੱਕ ਗੇੜਾ ਲਾਉਣਾ ਤੇ ਘਰ ਨੂੰ ਆ ਜਾਣਾ ਯਰੀਹੋ ਦੀਆਂ ਕੰਧਾਂ ਦੇ ਆਲੇ ਦੁਆਲੇ। ਔਰ 7ਵੇਂ ਦਿਨ ਤੁਸੀਂ 7 ਗੇੜੇ ਲਾਉਣੇ ਆ ਔਰ ਫਿਰ ਤੁਸੀਂ ਆਪਣੇ ਬਿਗਲ ਫੂਕਣੇ ਆ ਔਰ ਉਸ ਤੋਂ ਬਾਅਦ ਤੁਸੀਂ ਜ਼ੋਰ ਦਾ ਜੈਕਾਰਾ ਲਾਉਣਾ। ਸੋ ਉਹਨਾਂ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ। ਤੁਸੀਂ 6ਵਾਂ ਭਾਗ ਪੜ੍ਹ ਸਕਦੇ ਹੋ, ਲੇਕਿਨ
उसने जिदा ही उन्होंने बिगल बजाए तो कंधा टट गई और उन्हां कंधा दे टट्ठण दे नाल दूजी कौम दे लई जिहड़े उस कंधा दे अंदर बैठे सी उन्हां दे लई मौत पैदा और जिहड़े कंधा दे बाहर सी उन्हां नूं जित प्राप्त हुई और ये सारा हिस्सा जिसले खत्म हुंदा ते एक सराफ दे नाल खत्म हुंदा। मेरे नाल 6वें भाव की 26वीं आयत देखो उसते की लिखा। योशुआ ने यरीहो नगर दे बारे ये सराफ दिता, इस शहर नूं दोबारा उसारन वाला आदमी सरापी ठहरे, इस दियां नीआं रखण वाले दा जेठा पुत्र मर जाए अते इस दे फाटक लाउण वाले दा सब तो छोटा पुत्र मर जाए। इस तरह योशुआ प्रभु योशुआ दे नाल सी अते उसदा आदर धरती ते वधदा गया। लेकिन हुण तुसीं जिसले असीं दूसरे भाव दे विच इत्थे आउने 14 आयत तो मेरे नाल 13 आयत तो मेरे नाल देखो, उत्थे हुण तक उस कह चुका कि तुसीं इजराइल दी कौम नहीं सी। बाय द वे इजराइल जिहड़ा नाम सी वो प्रभु ने नाम बदलिया सी, वो उस नाम दे कोई बड़े हकदार नहीं सी, क्योंकि ये नाम जिहड़ा प्रभु ने जेकब दा बदलिया सी, जे इहदा नाम ना बदलिया जांदा ते इन्हां नूं जेकबाइट कहा जाना सी, इन्हां लोकां नूं जेकब दे लोग कहा जाना सी। इसराइल नाम जिहड़ा वो प्रभु ने स्वर्ग तो दिता सी, उसदा नाम उसदा मतलब है मेरा राजकुमार, मेरा राजकुमार। और इत्थे असीं प्रभु दे वचन 13वीं आयत तो देखते पए हां। देखो की कहंदा पर हुण मसीह दे विच तुसीं जो उस तो दूर साओ, मसीह दे खून द्वारा लागे लियाए गए हो। मसीह आप साडा मेड़ है, उसने ही यहूदियां ते दूजियां कौमां दे नूं एक कीता है। उसने अपने शरीर दी कुर्बानी द्वारा वैर भाव जुदाई दी कंध नूं ढा दिता है। एक वो जिहड़ी कंध सीगी कि प्रभु दे लोग ते दूजे लोग उसनूं ढाउण दे लई जो सराप उत्थे दिता गया सी। कल असीं ब्लैसिंग एक दुआ देखी सी जिहड़ी मूसा ने मंगी। हुण मूसा तो बाद जिहड़ा उसदा चेला जो मूसा तो बाद जिस बंदे नूं जगह मिली आ और यहोशुआ आया और यहोशुआ ते सराफ दे रिहा कि जिहड़ा इस कंध नूं बनाएगा उसदा पुत्र जिहड़ा नीआं रखेगा ओहदा जेठा पुत्र मर जाए, जिहड़ा दरवाजे लाए उसदा छोटा पुत्र मर जाए। लेकिन कंध जिसले प्रभु ने साडे विच वो ढाई है, जिहड़ी इन्हां ने साडे विच बना दी सी कि परमेश्वर दे लोग ते दूजे लोग गप्पे ए ओ कंध दे अंदर बैठे हो सीगे। हुण कंधां दे अंदर ए बैठे हो सी और प्रभु दी सलीब ने उन्हां कंधां नूं ढा के हर्षद नसर कर दिता, एक पासे कर दिता। लेकिन अपने पुत्र दी उसनूं जान देनी पई कंध ढाउण वास्ते, पर इमारत बनाउण वास्ते। कंध ढाउण वास्ते ते इमारत बनाउण वास्ते। 15वीं आयत, उसने नेम नूं उसदे हुक्मां अते मंगां समेत खत्म कर दिता है। उसने ये इसलिए किया कि वह यहूदियां अते दूजियां कौमां दे विचों एक सांझी कौम पैदा करे जो उसदे नाल एक होवे ते इस तरह शांति स्थापित होवे। वो सलीब उत्ते इसे ਲਈ मरिया कि साडे दोहां विचले बैर नूं खत्म करके सानू एक कौम दे रूप दे विच परमेश्वर कोल वापस लियावे। धक्का मार के अदन दे बाग दे विचों सानू कढ दिता गया सी। उस तो बाद वो कोई मंदिर बनाउंदा पिया कि बुरज बनाउंदा पिया कि असीं आकाश तक पहुंचांगे। कोई कुछ करता पिया ते कोई कुछ करता पिया, सिर्फ प्रभु तक पहुंचण दे लई कि उहदे तक पहुंचा जा सके। लेकिन असीं नहीं पहुंच सके।
उस कंध नूं जिहड़ी प्रभु ने वो दरवाजा जिहड़ा लाता सी असीं नहीं टप सके। कल असीं देखिया सी कि इधरले पासों जिसले मसीह ने सलीब ते गया, जिसले उसने कहा बाप मैं तेरे हत्थां दे विच अपना आत्मा दिना, ते वो जिहड़ा पर्दा फाट गया और उसके नाल दरवाजा खुल गया और कंध जिहड़ी सी वो तहस नहस हो गई, क्योंकि भुचाल बड़ा भुचाल आया सी। प्रभु ने ये काम किया, यसु ने ये काम किया, यसु दे कुर्बानी ने ये काम किया। ओदी कुर्बानी सानू प्रभु दी कुर्बत दे विच करीब लै गई, सानू एक कौम दे रूप दे विच परमेश्वर दे कोल वापस लिया। मसीह ने आके शुभ समाचार का प्रचार तुहाडे लई कीता जो दूर सौ। सामरी लोग पहला बचे सी, सामरी लोकां नूं उस औरत नूं क्या प्रभु ने पहला क्या सी कि तू जिहदे नाल गल्लां करदी पई आ ओही आ। एक यहूदी जिहनूं उन्हां ने शेक दित्ता सीगा, ਉਹਨੂੰ ਬਾਹਰਲੀਆਂ ਅੱਖਾਂ ਵੀ ਦਿੱਤੀਆਂ ਤੇ ਅੰਦਰਲੀਆਂ ਅੱਖਾਂ ਵੀ ਦੇ ਕੇ ਕਿਹਾ ਜਿਸ ਦੇ ਨਾਲ ਤੂੰ ਗੱਲਾਂ ਕਰ ਰਿਹਾ ਉਹੀ ਆ। ਤੁਸੀਂ ਜੋ ਦੂਰ ਸੌ ਯਹੂਦੀਆਂ ਦੇ ਲਈ ਜੋ ਨੇੜੇ ਸਨ, ਪਰ ਹੁਣ ਮਸੀਹ ਦੇ ਦੁਆਰਾ ਹੀ ਸਾਨੂੰ ਦੋਹਾਂ ਅਰਥਾਤ ਯਹੂਦੀਆਂ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਰ ਦੇ ਸਾਹਮਣੇ ਜਾਣ ਦਾ ਇਹੋ ਇੱਕੋ ਜਿਹਾ ਅਧਿਕਾਰ। There is no second class Christians। बड़ी गंदी सिक्ख्या साडे विच इन्हां दिनां दे विच चलदी पई है। याद रखो यहूदी बहुत स्मार्ट कौम आ, वो नहीं हटदे। हुण उन्हां ने जिहड़ा शुरू कीता कि एक बिजनेस उन्होंने हुण शुरू कीता है कि लोग उत्थे जांदे आ देखदे आ। चलो वेल फाइन गुड, जाना चाहिए, देखना चाहिए, इतिहास देखना चाहिए, लेकिन ओहदे राहीं ओह सड़ी जिहड़ा मैसेज दे रहे आ वो ਇਹ ਆ ਕਿ ਅਸੀਂ ਜਿਹੜੇ ਯਹੂਦੀ ਆ ਅਸੀਂ ਮੈਸੀਆਨਿਕ ਜਿਊਜ਼ ਤੇ ਜੇ ਉਹ ਆਪਣੇ ਆਪ ਨੂੰ ਮੈਸੀਆਨਿਕ ਜਿਊਜ਼ ਕਹਿ ਰਹੇ ਹਨ ਤੇ ਸਾਨੂੰ ਸੈਕੰਡ ਕਲਾਸ ਕ੍ਰਿਸਚੀਅਨ ਕਹਿ ਰਹੇ। ਇਸ ਗੱਲ ਦਾ ਬੜਾ ਧਿਆਨ ਰੱਖੋ, ਇਸ ਗੱਲ ਨੂੰ ਕਦੀ ਨਹੀਂ ਮੰਨਣਾ ਕਿ ਇਹ ਬੈਟਰ ਕ੍ਰਿਸਚੀਅਨ ਆ ਕਿਉਂਕਿ ਇਹ ਮੈਸੀਆਨਿਕ ਜਿਊਜ਼ ਆ। याद रखो इस कौम ने जिन्ना परमेश्वर नूं दुख दिता उन्ना किसी ने नहीं दिता। ये वो कौम जिसने पिलातुस ने कहा सीगा कि मैं इस बंदे दे विच मैं कोई सलीब देण दे योग नहीं देखदा, ते इन्हां ने कहा सी जे तू इहनूं सलीब नहीं देंगा ते तू सीजर दा मित्र नहीं ठहरेगा। उसने कहा मैं इसके पाप तो अपने हाथ धोना। इन्होंने कहा सी इसका पाप साडे ते और साडे बच्चियां ते पाए। कदी भी ये चीज इन्होंने कदी भी फर्स्ट क्लास क्रिश्चियन ते सानू सैकंड क्लास क्रिश्चियन नहीं बनाउंदी। साडे बराबर इस तो किते अगे। इस करके प्रभु का वचन देखो की कह रहा, कहंदा मसीह ने आके 17वीं आयत देखो दोबारा, मसीह ने आके शुभ समाचार का प्रचार तुहाडे लई कीता। ये चीज़ां मैं तुहानूं तां कहना कि मैं तुहाडे अंदर प्रभु की एक अणख पैदा करनी मंगदा। प्रभु ने सानू नम्र रहन दे लई जरूर किया, पर असीं किसी दे पैरां दी जुत्ती नहीं गए। नम्रता का मतलब ये नहीं जिहड़ी वीकनेस होंदी है वो कोई वीकनेस नहीं होंदी किसी। प्रभु ने सानू एक अणख दित्ती है, प्रभु ने सानू अपना ओहो आत्मा दिता जिहड़ा उन्हां नूं भी ओहो ही मिलिया। ये चीज इत्थे दिखा रही है कि प्रभु दा बंदा साडे अंदर एक अणख पैदा करदा पिया मसीह दे विच। मसीह ने आके शुभ समाचार का प्रचार तुहाडे लई कीता जो दूर सौ अते यहूदियां दे लई भी जो नेड़े सन। पहला सामरी बचे फिर यहूदी बचे।
ਦੋਹਾਂ ਅਰਥਾਤ ਯਹੂਦੀਆਂ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਰ ਦੇ ਸਾਹਮਣੇ ਇੱਕੋ ਜਿਹਾ ਅਧਿਕਾਰ ਮਿਲਿਆ ਹੈ। ਆਈ ਨੋ ਕਿ 2:8 ਜਿਹੜੀ ਆਇਤ ਅਸੀਂ ਬਹੁਤ ਜ਼ਿਆਦਾ ਪੜ੍ਹਦੇ ਹਾਂ, ਔਰ ਜਿਸ ਵੇਲੇ ਵੀ ਅਫਸੀਆਂ ਦੀ ਗੱਲ ਆਉਂਦੀ ਜਾਂ ਅਸੀਂ ਦੂਸਰੇ ਦੀ 8ਵੀਂ ਆਇਤ ਜਾਂ 6ਵੇਂ ਭਾਵ ਦੇ ਜਿਹੜਾ ਜਿੱਥੇ ਸਾਨੂੰ ਅਸਤਰ ਸ਼ਸਤਰ ਦਿੱਤੇ ਗਏ ਅਸੀਂ ਉਹਨਾਂ ਦੋਵਾਂ ਤੇ ਬਹੁਤ ਜ਼ਿਆਦਾ ਲੀਨ ਹੋ ਜਾਂਦੇ ਹਾਂ। ਲੇਕਿਨ ਅਗਰ ਕੋਈ ਆਇਤ ਜਿਸ ਦੇ ਵਿੱਚ ਕੋਈ ਜੋਸ਼ ਤੇ ਜ਼ੋਰ ਆ, ਉਹ ਇਸ ਦੀ 15 ਤੋਂ ਲੈ ਕੇ 18 ਆਇਤ ਤੱਕ। That's the main। मैं 18ਵੀਂ ਆਇਤ ਦੁਆਰਾ ਪੜੂੰਗਾ। ਹੁਣ ਇਹ ਮਸੀਹ ਦੇ ਦੁਆਰਾ ਹੀ ਸਾਨੂੰ ਦੋਹਾਂ ਅਰਥਾਤ ਯਹੂਦੀ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਰ ਦੇ ਸਾਹਮਣੇ ਜਾਣ ਦਾ ਇੱਕੋ ਜਿਹਾ ਅਧਿਕਾਰ ਮਿਲਿਆ ਹੈ। ਇਸ ਲਈ ਹੁਣ ਤੁਸੀਂ ਪਰਦੇਸੀ ਅਤੇ ਵਿਦੇਸ਼ੀ ਨਹੀਂ ਰਹੇ ਹੋ, ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੰਗਤ ਅਤੇ ਟੱਬਰ ਦੇ ਅੰਗ ਹੋ। ਇਸ ਨੂੰ ਕਿਹਾ ਜਾਂਦਾ ਅੰਗੀਕਰਨ। ਤੁਸੀਂ ਉਸ ਦੇ ਅੰਗ ਹੋ। ਹੁਣ ਤੁਸੀਂ ਵੀ ਉਸ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ। ਸਾਰਾ ਓਲਡ ਟੈਸਟਮੈਂਟ ਦੇ ਜਿੰਨੇ ਨਬੀ ਹੋਇਆ ਮੂਸਾ ਤੋਂ ਲੈ ਕੇ, ਔਰ ਆਖਰੀ ਨਬੀ ਜਿਹੜਾ ਗਿਣਿਆ ਜਾਂਦਾ ਉਹ ਯਹੂਨਾ ਬਪਤਿਸਮਾ ਦੇਣ ਵਾਲਾ, ਔਰ ਰਸੂਲ ਪਤਰਸ ਤੋਂ ਲੈ ਕੇ ਪੌਲਸ ਤੱਕ ਜਿਹੜੇ ਚੁਣੇ ਗਏ ਉਹਨਾਂ ਦੀ ਗੱਲ ਹੋ ਰਹੀ ਹੈ। ਜੇ ਉਹਨਾਂ ਨੇ ਸਾਨੂੰ ਪੁਰਾਣੇ ਨਿਯਮ ਦੇ ਨਬੀ ਦਿੱਤੇ ਤੇ ਸਾਡੇ ਕੋਲ ਨਵੇਂ ਨਿਯਮ ਦੇ ਨਬੀ ਹੈ, ਸਾਡੇ ਕੋਲ ਰਸੂਲ ਹੈ। ਹੁਣ ਤੁਸੀਂ ਵੀ ਉਸ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ ਅਤੇ ਜਿਸ ਦੇ ਕੋਨੇ ਦਾ ਪੱਥਰ ਯਿਸੂ ਆਪ ਹੈ। ਉਹਨੇ ਦੋਨਾਂ ਨੂੰ ਮਿਲਾਇਆ। ਉਸੇ ਦੀ ਸੰਗਤ ਦੇ ਵਿੱਚ ਸਾਰੀ ਇਮਾਰਤ ਦੀ ਉਸਾਰੀ ਪਰਮੇਸ਼ਰ ਦੇ ਅਭਿਸ਼ੇਕ ਪਵਿੱਤਰ ਮੰਦਰ ਦੇ ਰੂਪ ਦੇ ਵਿੱਚ ਹੋ ਰਹੀ ਹੈ। ਵਾਹ, ਯੂ ਆਰ ਦਾ ਟੈਂਪਲ ਆਫ ਦ ਲਾਰਡ। ਕੱਲ ਨੂੰ ਅਸੀਂ ਸੇਮ ਦੇਖਾਂਗੇ, ਕੱਲ ਨੂੰ 2 ਹਿੱਸੇ ਦੇਖਣੇ ਆ ਮੈਨੂੰ ਪਤਾ, ਔਰ ਕੱਲ ਨੂੰ ਆਪਾਂ ਦੇਖਾਂਗੇ। ਕਹਿੰਦਾ ਉਸੇ ਦੀ ਸੰਗਤ ਦੇ ਵਿੱਚ ਸਾਰੀ ਇਮਾਰਤ ਦੀ ਸਾਰੀ ਪਰਮੇਸ਼ਰ ਦੇ ਅਭਿਸ਼ੇਕ ਪਵਿੱਤਰ ਮੰਦਰ ਦੇ ਰੂਪ ਵਿੱਚ ਹੋ ਰਹੀ ਹੈ। ਉਸੇ ਦੀ ਸੰਗਤ ਵਿੱਚ ਦੂਜਿਆਂ ਦੇ ਨਾਲ ਤੁਹਾਡੀ ਵੀ ਆਤਮਾ ਦੇ ਦੁਆਰਾ ਇੱਕ ਘਰ ਦੇ ਰੂਪ ਦੇ ਵਿੱਚ ਪਰਮੇਸ਼ਰ ਦੇ ਰਹਿਣ ਦੇ ਲਈ ਸਾਰੀ। ਵਾਓ, ਵਾਓ। ਸੱਚਮੁੱਚ ਜਿਸ ਲਈ ਇਹ ਚੀਜ਼ਾਂ ਦੇਖਦੇ ਹਾਂ, ਪ੍ਰਭੂ ਦੇ ਸਾਹਮਣੇ ਸਿਰ ਝੁਕ ਜਾਂਦਾ ਹੈ ਇਹਨਾਂ ਚੀਜ਼ਾਂ ਤੇ। ਸਾਰੀ ਬਾਡੀ ਤੇ ਜਿਹੜੇ ਬਾਲ ਖੜੇ ਹੋ ਜਾਂਦੇ ਇਸੇ ਇਹਨਾਂ ਚੀਜ਼ਾਂ ਤੇ। ਉਹ ਇਮਾਰਤ, ਉਹ ਘਰ ਦੀ ਉਸਾਰੀ ਜਿਹੜੀ ਪ੍ਰਭੂ ਨੇ ਕੀਤੀ। ਇਨਸਾਨ ਨੇ ਬੁਰਜ ਬਣਾਏ, ਮੰਦਰ ਬਣਾਏ, ਕੀਮਤੀ ਪੱਥਰ ਲਾਏ, ਪਰ ਪ੍ਰਭੂ ਨੇ ਤਾਂ ਰਹਿਣਾ ਆਪਣੇ ਲੋਕਾਂ 'ਚ ਪਸੰਦ ਕੀਤਾ। ਉਹਦਾ ਤਾਂ ਮੰਦਰ ਕੋਈ ਹੋਰ ਸੀ। ਉਸਨੇ ਬੁਰਜ ਬਣਾਏ, ਮੈਂਸ਼ਨ ਬਣਾਏ ਪ੍ਰਭੂ ਦੇ ਲਈ, ਪਰ ਪ੍ਰਭੂ ਤਾਂ ਟੁੱਟੇ ਭੱਜੇ ਭਾਂਡਿਆਂ ਦੇ ਵਿੱਚ, ਇਹਨਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਰਹਿਣਾ। Let us pray. Out back. Thank you, Father. प्रभु जी तेरा शुक्र करते हैं। हे प्रभु साडे दिल नूं तू अपना मंदिर बना,
और इसते विच तू रह। मंदिर जो प्रभु जी पत्थरां दे बने कीमती मोती पन्नियां दे नाल जड़े सजाए, बनाउण वाले ये नहीं सी जानते कि प्रभु तू तां शुरू तो ही सानू अपना कीमती पत्थर बनाउणा चाहुंदा सी। बुरज जो मनुखां दे हत्थां ने बनाए, जो धरती तो आकाशां नूं छूंदे सी प्रभु जी, पर प्रभु तां टुटे भांडियां दे विच जो मिट्टी दे बने उन्हां दे विच रहना चाहुंदा सी। असीं तेरा शुक्र करते हैं प्रभु जी। सचमुच खुदावंद दे दिल नूं नम्र करन वाले हिस्से साडियां कंमां दे करके नहीं प्रभु जी, जां साडी रास्तबाजी करके नहीं, पर तेरी कुर्बानी दे करके असीं तेरे लोग चुने गए ते वखरे कीते गए। प्रभु जी इस बिजी दुनिया बिजी समय दे विच थोड़ा जिहा समां असीं तैनूं दिंदे हां। तेरा वचन कहंदा कि जिद्दां दे तेरे जिद्दां दा समां होएगा उदां दे तेरे, जिद्दां दे तेरे दिन होणगे उदां दी मेरी किरपा होएगी। तेरा शुक्र है प्रभु जी, तू ये समां जिसले पाप पक चुका, तू ये थोड़े जे समय नूं प्रभु जी 1000 गुणा करके स्वीकार करता। मेरे भैन भरा बड़ी भुख दे नाल प्रभु जी तेरी नजदीकी दे विच आउंदे आ, और इस दे नाल प्रभु जी मेरा दिल नम्र हुंदा। मैनूं अपने आप तो प्रभु जी ये नम्रता महसूस हुंदी है कि तू अपने बहुत सारे प्यार करन वाले लुको के रखे हो। हे प्रभु जी साडे अंदर दी गंदगी नूं धो, सानू साफ सुथरा कर, क्योंकि अगर तू ना धोए तो असीं साफ नहीं हो सकते। तेरा शुक्र करते हैं प्रभु जी कि अज तू साडा दरवाजा खटखटा रही है। हे खुदावंद असीं अपने दिल दे उस दरवाजे नूं खोलदे हां, तू अंदर आ और इस दिल नूं अपना घर बना, और कदी वापस ना जा। ताकि प्रभु जी तेरी संगत दे विच असीं बैठ सके, तेरी संगत दा असीं आनंद मान सकीए। तेरे विच प्रभु जी सचमुच असीं तेरी हजूरी दे आनंद दे नाल प्रभु जी सानू असीं माला माल रहीए। Thank you, Father. प्रभु जी तू साडियां जरूरतां नूं जानदा, अपने खजानियां तो प्रभु जी तू उन्हां नूं पूरियां कर, तंदुरुस्ती दा दान दे, और साडियां दिलां नूं प्रभु जी एक सच्चा ईमान दे। प्यारे प्रभु सानू अपनी हजूरी च बना के रख, अपनी किरपा दे विच, अपनी दया दे विच असीं उस कोने दे पत्थर दा प्रभु जी आनंद लै सकीए, अपने
बच्चों ते प्रभु जी कृपा कर, दया कर। इन्हां नूं प्रभु जी अपनी शांति, अपने रहम, अपने प्यार, अपनी उम्मीद दे नाल मामूर पर प्रभु जी उछाल कृपा कर। इन्नी आत्मा दे प्रभु जी के उछाल, आत्मा दी हजूरी दे नाल प्रभु जी तू भर दे। प्यारे बाप, साडे अगे, साडे पिछे, साडे सज्जे, साडे खब्बे, साडे अंदर पवित्र आत्मा दी हजूरी, पैरां च छोटा रास्ता, स्वर्ग तो तेरी निगाह प्रभु जी साडे सब नूं मसीह यीशु के मीठे और प्यारे नाम च सब कुछ मांगते हैं। सारे भैन भरा ब्लेस यू, खुदावंद तुहानूं सब नूं बरकत दे। कल नूं असीं सेम टाइम मुड़ के इकट्ठे होवांगे ते दूसरे चैप्टर च कुछ एक हिस्से दोबारा देखांगे और फिर ब्लेस यू। ਨੂੰ ਸਟੱਡੀ